ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਦੀ ਕੈਂਪ ਦੇ ਵਿੱਚ ਸਾਰੇ ਹੀ ਜਿੰਨੇ ਵੀ ਵਿਦਿਆਰਥੀ ਵੀਰ ਭੈਣ ਜੁੜੇ ਨੇ ਸਭ ਦਾ ਸਵਾਗਤ ਹੈ ਜੀ। ਉਹ ਆਪਾਂ ਕੈਂਪ ਦੀ ਸ਼ੁਰੂਆਤ ਕਰਨ ਲੱਗੇ ਹਾਂ ਜੀ। ਅੱਜ ਦੀ ਜਾਪ ਦੀ ਸੇਵਾ ਹੈ ਬੇਟੀ ਨਵਪ੍ਰੀਤ ਕੌਰ ਜੀ, 11121 EPP ਨੰਬਰ 11121 ਜੋਨ ਮੱਖੂ ਤੋਂ। ਬੇਟੀ ਆਪਣੀ ਵੀਡੀਓ ਔਨ ਕਰ ਲਓ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟੀ ਨਵਪ੍ਰੀਤ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਅਸੀਂ ਕੀਰਤਨ ਦੀ ਸੇਵਾ ਬੇਟੀ ਨੇ ਕਰਨੀ ਹੈ। ਜੈ ਮਨਦੀਪ ਸਿੰਘ 11440 ਜੋਨ ਅੰਮ੍ਰਿਤਸਰ ਤੋਂ। ਤੇ ਬਹੁਤ ਪਿਆਰੀ ਆਵਾਜ਼ ਦੇ ਵਿੱਚ ਸਾਨੂੰ ਜਾਪ ਦੇ ਨਾਲ ਜੋੜਿਆ ਬੇਟੀ ਨਵਪ੍ਰੀਤ ਕੌਰ ਦਾ ਧੰਨਵਾਦ ਜੀ। ਹੁਣ ਆਪਾਂ ਕੀਰਤਨ ਦਾ ਆਨੰਦ ਮਾਣਦੇ ਹਾਂ ਜੀ। ਆਓ ਬੇਟਾ ਜੈ ਮਨਦੀਪ ਸਿੰਘ ਜੀ ਸ਼ੁਰੂ ਕਰੋ ਬੇਟਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
जैसे दर्पण मोर बदन पर मणि, जैसे दर्पण मोर बदन पर मणि। सो राम राय कर जामिए, सो राम राय कर जामिए। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਭੈਣ ਅੱਜ ਵੀਰ ਭੁਪਿੰਦਰ ਸਿੰਘ ਜੀ ਪਹਿਲਾ ਸੈਸ਼ਨ ਲੈਣਗੇ ਜੀ। ਵਾਹਿਗੁਰੂ ਜੀ। ਵੀਰ ਭੁਪਿੰਦਰ ਸਿੰਘ ਜੀ ਸੈਸ਼ਨ ਲੈਣਗੇ, ਜਿਨ੍ਹਾਂ ਦਾ ਵਿਸ਼ਾ ਹੈ ਬਾਣੀ ਅਤੇ ਬਾਣਾ। ਕਿਉਂਕਿ ਸਤਿਗੁਰਾਂ ਨੇ ਸਾਨੂੰ ਬਾਣਾ ਬਖਸ਼ਿਆ ਤੇ ਬਾਣੀ ਬਖਸ਼ੀ ਹੈ, ਉਸ ਦੇ ਸੰਬੰਧ ਵਿੱਚ ਜਿਵੇਂ ਅੱਜ ਅਸੀਂ ਕਿਸੇ ਤੋਂ ਪ੍ਰਭਾਵਿਤ ਹੋ ਕੇ ਬਾਣਾ ਪਾ ਲੈਂਦੇ ਹਾਂ, ਬਾਣੀ ਨਾਲ ਨਹੀਂ ਜੁੜਦੇ, ਤਾਂ ਉਸ ਵਿਸ਼ੇ ਤੇ ਸਾਨੂੰ ਅੱਜ ਵੀਰ ਭੁਪਿੰਦਰ ਸਿੰਘ ਜੀ ਜਾਣਕਾਰੀ ਦੇਣਗੇ ਕਿ ਬਾਣੀ ਨਾਲ ਕਿਵੇਂ ਜੁੜਨਾ ਹੈ ਤੇ ਬਾਣੀ ਨਾਲ ਕਿਵੇਂ ਜੁੜਨਾ ਹੈ। ਉਸ ਪਿਆਰ ਦੇ ਨਾਲ ਅਸੀਂ ਸੁਣਨਾ ਕਰਨਾ ਹੈ ਜੀ। ਸੋ ਸਾਰੇ ਬੱਚਿਆਂ ਨੂੰ ਬੇਨਤੀ ਹੈ, ਚੈਟ ਹੈ ਜਿਹੜੀ ਉਹ ਜੇ ਸਵਾਲ ਪੁੱਛਣਗੇ ਤਾਂ ਉਹ ਚੈਟ ਦੇ ਵਿੱਚ ਜਵਾਬ ਦੇਣਾ ਹੈ ਜੀ, ਨਹੀਂ ਵਾਧੂ ਚੈਟ ਨਹੀਂ ਕਰਨੀ ਤਾਂ ਕਿ ਉਹ ਡਿਸਟਰਬ ਹੋਣ। ਇਸ ਕਰਕੇ ਬੱਚਿਆਂ ਨੂੰ ਬੇਨਤੀ ਹੈ ਜ਼ਿਆਦਾ ਚੈਟ ਨਹੀਂ ਕਰਨੀ। ਜੇ ਅਗਰ ਉਹ ਸਵਾਲ ਪੁੱਛਦੇ ਆ ਤੇ ਸਾਰੇ ਬੱਚਿਆਂ ਨੇ ਉਸ ਦਾ ਜਵਾਬ ਹੈ ਜਿਹੜਾ ਚੈਟ ਦੇ ਵਿੱਚ ਦੇ ਸਕਦੇ ਆ। ਸੋ ਇੰਨੀਆਂ ਬੇਨਤੀਆਂ ਪ੍ਰਵਾਨ। ਹੁਣ ਸਵਾਗਤ ਹੈ ਜੀ ਵੀਰ ਭੁਪਿੰਦਰ ਸਿੰਘ ਜੀ ਦਾ। ਹਾਂਜੀ ਵੀਰ ਜੀ। ਸਤਿਕਾਰਯੋਗ ਭੈਣ ਜੀ, ਵੀਰ ਜਸਵੀਰ ਸਿੰਘ, ਹੋਰ ਜਿੰਨੇ ਸਤਿਕਾਰਯੋਗ ਵੱਡੇ ਸਿਆਣੇ ਹਨ ਬੈਠੇ, ਅਤੇ ਪਿਆਰੇ ਗੁਰੂ ਨਾਨਕ ਦੀ ਫੁਲਵਾੜੀ ਸੋਹਣੇ ਸੋਹਣੇ ਬੱਚਿਓ, ਆਓ ਫਤਿਹ ਦੀ ਸਾਂਝ ਪਾਓ। ਪਹਿਲਾਂ ਰਸਨਾ ਪਵਿੱਤਰ ਕਰੀਏ, ਆਪਾਂ ਗੱਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾਸ ਨੂੰ ਮੈਨੂੰ ਆਪ ਜੀ ਦੇ ਸਨਮੁਖ ਸਾਰਿਆਂ ਦੇ ਇੰਟਰਨੈਟ ਦੇ ਇਸ ਮਾਧਿਅਮ ਰਾਹੀਂ ਇਹ ਗੁਰਮਤਿ ਦੀ ਜਿਹੜੀ ਤੁਸੀਂ ਰੋਜ਼ਾਨਾ ਕਲਾਸ ਕੈਂਪ ਲਾਉਂਦੇ ਹੋ ਗੁਰਮਤਿ ਦਾ, ਇਹਦੇ ਵਿੱਚ ਸ਼ਿਰਕਤ ਕਰਦਿਆਂ ਤੁਹਾਡੇ ਨਾਲ ਗੁਰੂ ਦੀਆਂ ਬਾਤਾਂ ਸਾਂਝੀਆਂ ਪਾਉਣ ਲੱਗਿਆਂ ਬੜੀ ਅਤਿਅੰਤ ਹਾਰਦਿਕ ਖੁਸ਼ੀ ਹੋ ਰਹੀ ਹੈ। ਮੈਨੂੰ ਸਾਰਿਆਂ ਨੂੰ ਆਵਾਜ਼ ਠੀਕ ਆ ਰਹੀ ਹੈ ਭੈਣ ਜੀ? ਮੈਨੂੰ ਸਾਰਿਆਂ ਨੂੰ? ਹਾਂਜੀ ਵੀਰ ਜੀ ਆ ਰਹੀ ਹੈ। ਠੀਕ ਹੈ। ਹਾਂਜੀ ਵੀਰ ਜੀ ਆ ਰਹੀ ਹੈ। ਬਹੁਤ ਖੁਸ਼ੀ ਹੋ ਰਹੀ ਹੈ ਤੁਸੀਂ ਚਾਅ ਦੇ ਨਾਲ ਇਸ ਆਪਣੇ ਸਮੇਂ ਨੂੰ ਸੁਹਾਵਣਾ ਬਣਾ ਰਹੇ ਹੋ, ਸੋਹਣਾ ਬਣਾ ਰਹੇ ਹੋ, ਇਹਨੂੰ ਬੜਾ ਯੂਟੀਲਾਈਜ਼ ਅੱਛੇ ਤਰੀਕੇ ਦੇ ਨਾਲ ਕਰ ਰਹੇ ਹੋ। ਔਰ ਅੱਜ ਦਾ ਵਿਸ਼ਾ ਵੀ ਬੜਾ ਪਿਆਰਾ ਹੈ ਔਰ ਇਹ ਨਿਹਾਇਤ ਸਿੱਖ ਧਰਮ ਦੇ ਵਿੱਚ ਜ਼ਰੂਰੀ ਹੈ। ਇਸ ਨੂੰ ਸਮਝਣਾ,
क्योंकि सिक्खी इस तो बिना है ही कुछ नहीं, बाणी तो बिना। ते अगली गल बाणे तो बिना, पहला है बाणी फिर है बाणा। इन्हां दोनों तो बिना सिक्खी कुछ नहीं है। गुरु साहिबान जी ने, धन गुरु नानक देव महाराज सच्चे पातशाह जी ने गल ही इथों शुरू की है, बाणी तो। गुरु नानक देव महाराज सच्चे पातशाह जी का ਆਪਾਂ ਜਦੋਂ ਇਤਿਹਾਸ ਪੜ੍ਹਦੇ ਹਾਂ, ਉਹਨਾਂ ਦੀਆਂ ਜੀਵਨ ਸਾਖੀਆਂ ਪੜ੍ਹਦੇ ਹਾਂ, ਤਾਂ ਹਰ ਇੱਕ ਜੀਵਨ ਸਾਖੀ ਵਿੱਚ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚ ਕਿਸੇ ਨਾਲ ਵੀ ਸਤਿਗੁਰੂ ਸਾਹਿਬ ਜੀ ਦੀ ਲਾਪ ਹੋਈ। ਜਿਸ ਕਿਸੇ ਵੀ ਇਲਾਕੇ ਵਿੱਚ ਗਏ, ਕਿਸੇ ਦੇਸ਼ ਵਿੱਚ ਗਏ, ਪਿੰਡ ਸ਼ਹਿਰ ਥਾਂ ਗ੍ਰਾਂ ਵਿੱਚ ਗਏ, ਜਿਸ ਨੂੰ ਵੀ ਕਿਸੇ ਛੋਟੇ ਨੂੰ, ਵੱਡੇ ਨੂੰ, ਅਮੀਰ ਨੂੰ, ਗਰੀਬ ਨੂੰ, ਕਿਸੇ ਬ੍ਰਾਹਮਣ ਪੰਡਿਤ ਨੂੰ, ਕਿਸੇ ਮੌਲਵੀ ਮੁਲਾਣੇ ਨੂੰ, जिस किसी ने भी महाराज ने उपदेश दिता, सिक्ख्या दी, तो केवल महाराज जी ने गुरबाणी के द्वारा, बाणी के शब्द के द्वारा ही सिक्ख्या दी। इस तो इलावा होर कुछ नहीं। गुरबाणी का बचन भी जिवें आउंदा है, महाराज कहते मैं गुरबाणी आधार है, गुरबाणी लाग रहाऊं, कि गुरबाणी तो बिना होर है ही कुछ नहीं है। क्योंकि ये जिहड़ी बाणी है, ये सतगुरु साहब के जोड़े अमोलक वचन, 6 गुरु साहबान जी दे, 11 भट्ट साहबाना दे, 15 सत्कार योग भगत साहबाना दे, गुरु घर दे 3 गुरसिखां दे, जो ये अमोलक वचन धन गुरु ग्रंथ साहब महाराज जी दे गुरबाणी के रूप में साडे पास मौजूद हैं। इन्हां दे द्वारा ही सारे महापुरुष लोकाई नूं उपदेश दिंदे रहे। और वो जिहड़ा कीमती खजाना सानू भी उस तरह ही साडे जीवन नूं सफल बनाउण लई, जीवन दीआं गुंझलां नूं खोलण लई, जिंदगी दे अध्यात्मकता दे रहसां नूं, रमजां नूं, गूढ़ बातां नूं जानण दे वास्ते, जिंदगी दे विच किवें चलना है, समाज दे विच किवें विचरना है, किवें असीं कमाई करनी है, किवें असीं तरक्की करनी है, अहुदेदारियां किवें प्राप्त करनी है, हर एक गल, हर एक सवाल का जवाब, हर एक उलझन का, कठिनाई का, मुश्किल का समाधान गुरु साहबान जी ने, भगत साहबाना ने या भट्ट साहबाना ने सानू पावन गुरबाणी दे विच बख्शिश किया है। गुरु नानक देव महाराज सच्चे पातशाह जी पहले दिनों ही इस गल नूं भली प्रकार जान सन, और इसे करके गुरु साहबान जी ने जिन्नी भी बाणी उच्चारण की, गुरु नानक देव महाराज सच्चे पातशाह जी ने, वो सारी दी सारी बाणी सतगुरु साहब जी नाल दी नाल लिखते भी सन। गुरु नानक देव महाराज जी का जिहड़ा गुरबाणी च फरमान है ना, लिखे बाझों सुरत नाही, आख आख गवावना। लिखण तो बिना, पढ़न तो बिना, समझण तो बिना सोझी नहीं आउंदी। ਅਸੀਂ जिन्ना मर्जी ठीक है, कोई किन्ना विद्वान होवे, सियाणा होवे, सूझवान होवे, तो बोली जाता है, दसी जाता है, पर जिन्ना चिर वो अपने कीमती विचार, अपनी गल्लां, अपना जिहड़ा जिंदगी का तजुर्बा है, जो उन्हें सीखिया है, तो जो उन्हें अपने तजुर्बे तो हासिल किया है, वो जिन्ना चिर लिख के अगलियां दूसरियां दे वास्ते, आने वाली पीढ़ी लई जां होरनां वास्ते छड्ड के नहीं जाता, उन्ना चिर गल नहीं बनदी। देखो अज भी दुनिया दे विच लिखण दे एक दूजे दे नाल राबता कायम करन दे किन्ने साधन मौजूद ने। अज देखो जिथे टीवी है, अखबारां है, अखबारां दे राहीं लिख लिख के एक जने दी गल अखबारां राहीं लखां लोकां तक पहुंच जाती है। किताबां छपदियां ने, किताबां राहीं वो हमेशा हमेशा वास्ते ओदी लिखी हुई गल, ओदी विचार जिहड़ी है, कोई भी विचार वो हमेशा हमेशा स्टोर हो जाती है, सामभी जाती है। नाले तो जे वो लिखी ना गई होवे अखबार दे विच, किताबां विच, रसालियां दे विच, जो लिखी ना गई होवे, दसी ना गई होवे, तां उस कही हुई गल दा उन्ना चिर ही असर होएगा जिहड़े सामने बैठे है, जिहड़े उहदे कोल बैठे ने, हाजिर ने, उस विद्वान कोल, अध्यापक कोल, जां गुरु साहिबान कोल, किसी कोल भी जिहड़े सामने बैठे हाजिर ने, वो लाहा लै सकणगे। जे लिखिया गया ते फिर जिहड़े बाद विच भी रहिंदी दुनिया तक भी आउणगे ते ओह लाहा ले जाणगे। जेकर गुरु साहिब जी सोच गए आपां अज, जेकर गुरु साहिबान जी, गुरु नानक देव महाराज सच्चे पातशाह, बाकी गुरु साहिबान, भगत साहिबान अपनी उस पावन पवित्र बाणी नूं, उन्हां शब्दां नूं
ਗੁਰਬਾਣੀ ਨੂੰ ਜੇਕਰ ਉਹ ਲਿਖ ਕੇ ਨਾ ਗਏ ਹੁੰਦੇ, ਲਿਖ ਕੇ ਤੇ ਫਿਰ ਮੁੜ ਕੇ ਇੱਕ ਥਾਂ 71 ਗੁਰੂ ਅਰਜਨ ਦੇਵ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇੱਕ ਥਾਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਨਾ ਇਕੱਤਰ ਕਰਕੇ ਗਏ ਹੁੰਦੇ, ਤੇ ਅੱਜ ਅਸੀਂ ਕਿਹਦੇ ਆਸਰੇ ਚੱਲਦੇ? ਅੱਜ ਅਸੀਂ ਕਿੰਨਾ ਭਟਕਦੇ ਹੁੰਦੇ, ਕਦੀ ਕਿਸੇ ਕੋਲ ਜਾਂਦੇ, ਕਦੀ ਕਿਸੇ। ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦਿਆਂ ਵੀ ਅੱਜ ਲੋਕੀ ਭਟਕ ਰਹੇ ਨੇ। ਨਾ ਹੁੰਦੇ ਗੁਰੂ ਗ੍ਰੰਥ ਸਾਹਿਬ ਜੀ ਤੇ ਫਿਰ ਕੀ ਲੁਕਾਈ ਦੀ ਹਾਲਤ ਹੁੰਦੀ। ਗੁਰੂ ਨਾਨਕ ਦੇਵ ਮਹਾਰਾਜ ਤੇ ਬਾਕੀ ਗੁਰੂ ਸਾਹਿਬਾਨ ਜੀ ਇਸ ਗੱਲ ਤੋਂ ਵਾਕਿਫ ਸਨ। ਤੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਯਾਤਰਾਵਾਂ ਕੀਤੀਆਂ, ਉਦਾਸੀਆਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, 4 ਉਦਾਸੀਆਂ ਮੁੱਖ ਸਨ ਸਤਿਗੁਰੂ ਸਾਹਿਬ ਦੀਆਂ 4 ਦਿਸ਼ਾਵਾਂ ਵੱਲ, ਜਿਹਦੇ ਦੌਰਾਨ ਹਰ ਕਿਸਮ ਦੇ ਲੋਕਾਂ ਨੂੰ, ਹਰ ਮਜ਼ਹਬ, ਜਾਤ, ਗੋਤ, ਇਲਾਕੇ ਦੇ, ਨਸਲ ਦੇ, ਰੰਗ ਨਸਲ ਦੇ ਲੋਕਾਂ ਨੂੰ ਮਹਾਰਾਜ ਮਿਲੇ। ਉਹ ਜਦੋਂ ਉਪਦੇਸ਼ ਦਿੰਦੇ ਮਹਾਰਾਜ ਜੀ ਬਾਣੀ ਇਕੱਤਰ ਕਰ ਲੈਂਦੇ, ਤੇ ਨਾਲ ਦੀ ਨਾਲ ਉਹਨਾਂ ਵੱਖ-ਵੱਖ ਇਲਾਕਿਆਂ ਦੇ ਵਿੱਚ ਕਿਸੇ ਵੀ ਜਾਤ, ਗੋਤ, ਧਰਮ ਦੇ ਜਿਹੜੇ ਵੀ ਕੋਈ ਸਿਆਣੇ ਸੂਝਵਾਨ ਗੁਰਮੁਖ ਪਿਆਰੇ ਹੁੰਦੇ ਸਨ, ਉਹਨਾਂ ਦੇ ਸ਼ਬਦਾਂ ਨੂੰ, ਉਹਨਾਂ ਦੀ ਬਾਣੀ ਨੂੰ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਹੀ ਆਪਣੇ ਕੋਲ ਪੋਥੀਆਂ ਦੇ ਵਿੱਚ ਲਿਖ ਲੈਂਦੇ। ਜਦੋਂ ਭਾਈ ਗੁਰਦਾਸ ਜੀ ਦਾ ਤੁਸੀਂ ਇਹ ਸ਼ਬਦ ਜਿਹੜਾ ਬੋਲ ਪੌੜੀ ਦੀਆਂ ਪਹਿਲੀ ਪੌੜੀ ਦੀਆਂ ਸਰਵਣ ਕਰਦੇ ਹੋ, ਭਾਈ ਗੁਰਦਾਸ ਜੀ ਜਦੋਂ ਕਹਿੰਦੇ ਆ ਕਿ ਪੁੱਛਣ ਫੁੱਲ ਕਿਤਾਬ ਨੂੰ ਕਾਜੀ ਮੁੱਲਾ ਇਕੱਠੇ ਹੋਈ, ਤੇ ਜਾਂ ਆਸਾ ਹੱਥ ਕਿਤਾਬ ਕੱਛ। ਗੁਰੂ ਨਾਨਕ ਦੇਵ ਮਹਾਰਾਜ ਜਦੋਂ ਕਿਤੇ ਵੀ ਗਏ ਤੇ ਉਹਨਾਂ ਦੇ ਕੋਲ ਉਹ ਗੁਰਬਾਣੀ ਦੀ ਪੋਥੀ ਹੁੰਦੀ ਸੀ, ਤੇ ਉਹ ਕਾਜੀ ਮੁੱਲਾ ਕਹਿੰਦੇ, ਦੱਸੋ ਜੀ ਬਾਬਾ ਜੀ, ਨਾਨਕ ਤਪਾ ਤੁਸੀਂ ਆਏ ਹੋ, ਨਾਨਕ ਫਕੀਰ, ਇਹ ਜਿਹੜੀ ਤੁਹਾਡੇ ਕੋਲ ਪੋਥੀ ਹੈ, ਇਸ ਪੋਥੀ ਦੇ ਅਨੁਸਾਰ ਇਹ ਜਿਹੜੀ ਸਵਾਲ ਹੈ, ਇਹਦਾ ਕੀ ਜਵਾਬ ਹੈ, ਇਹਦਾ ਕੀ ਹੱਲ ਹੈ। ਤਾਂ ਗੁਰੂ ਸਾਹਿਬ ਜੀ ਉਹ ਪੋਥੀ ਬਾਣੀ ਦੇ ਇਕੱਤਰ ਕਰਦੇ ਸਨ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਧ ਗੋਸ਼ਟ ਬਾਣੀ, ਇਹ ਵੀ ਬਚਨ ਤੁਸੀਂ ਬੜੀ ਵਾਰੀ ਗੁਰੂ ਸਾਹਿਬ ਦਾ ਬੋਲ ਬਹੁਤ ਵਾਰ ਸ਼ਬਦ ਸਰਵਣ ਕੀਤੇ ਹੋਣਗੇ, ਜਦੋਂ ਸਿੱਧਾਂ ਨੇ, ਜੋਗੀਆਂ ਨੇ ਉਹਨਾਂ ਨੂੰ ਸਿੱਧ ਗੋਸ਼ਟ ਵਿੱਚ ਸਵਾਲ ਕੀਤੇ, 64 ਤਰ੍ਹਾਂ ਦੇ ਸਵਾਲ ਕੀਤੇ। ਔਰ ਉਹਨਾਂ ਵਿੱਚੋਂ ਇਹ ਵੀ ਇੱਕ ਮੁੱਖ ਸਵਾਲ ਸੀ, ਆਰੰਭਲਾ ਸਵਾਲ ਸੀ, ਆਰੰਭਕ ਬੇਸਿਕ ਕੁਐਸਚਨ ਸੀਗਾ ਕਿ ਦੱਸੋ ਕਵਣ ਆਰੰਭ ਕਵਣ ਮਤ ਵੇਲਾ, ਤੁਸੀਂ ਕਿੱਥੋਂ ਇਸ ਦਾ ਆਰੰਭ ਮੰਨਦੇ ਹੋ ਤੇ ਕਿਹੜੀ ਮਤ ਤੇ ਕਿਹੜਾ ਟਾਈਮ ਹੈ। ਕਵਣ ਗੁਰੂ ਜਿਸ ਕਾ ਤੂੰ ਚੇਲਾ, ਤੁਹਾਡਾ ਕੌਣ ਗੁਰੂ ਹੈ ਤੇ ਕਿਹੜੇ ਤੁਸੀਂ ਚੇਲੇ ਹੋ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਅਕਾਲ ਦੇ ਪਰਮਾਤਮਾ ਵਾਹਿਗੁਰੂ ਦੇ ਇਲਹਾਮੀ ਗਿਆਨ ਦੇ ਦੁਆਰਾ ਇਹ ਉਹਨਾਂ ਨੂੰ ਉੱਤਰ ਦਿੱਤਾ ਕਿ ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਕਿ ਪਵਨ ਆਰੰਭ, ਸ਼ਬਦ ਦਾ ਜਿਹੜਾ ਆਰੰਭ ਹੈ ਬੱਚਿਓ, ਉਹ ਪਵਨ ਤੋਂ ਹੁੰਦਾ ਹੈ, ਹਵਾ ਤੋਂ ਹੁੰਦਾ ਹੈ। ਹਵਾ ਤੋਂ ਕਿੱਦਾਂ ਆਰੰਭ ਹੁੰਦਾ ਹੈ? ਸਾਡੇ ਪੇਟ ਦੇ ਵਿੱਚ ਜਿਹੜਾ ਅੰਦਰੋਂ ਫੇਫੜੇ ਤੇ ਪੇਟ ਜਿਹੜੀ ਹੈ, ਉਹ ਹਵਾ ਨੂੰ ਸਾਡੇ ਮੂੰਹ ਵੱਲ ਨੂੰ ਮਾਰਦੇ ਹਨ। ਪੇਟ ਦੇ ਜ਼ੋਰ ਦੇ ਨਾਲ ਫੇਫੜਿਆਂ ਤੋਂ ਹਵਾ ਸਾਡੇ ਮੂੰਹ ਵੱਲ ਆਉਂਦੀ ਹੈ, ਤੇ ਮੂੰਹ ਵਿੱਚ ਜਦੋਂ ਹਵਾ ਆਉਂਦੀ ਹੈ ਤੇ ਸਾਡੇ ਅੰਦਰਲਾ ਪਾਸੇ ਜਿਹੜਾ ਕਾਂ ਹੁੰਦਾ ਹੈ, ਸਾਡੀ ਜ਼ੁਬਾਨ, ਤਾਲੂ ਤੇ ਦੰਦ, ਇਹਨਾਂ ਦੀ ਸਹਾਇਤਾ ਦੇ ਨਾਲ ਉਸ ਹਵਾ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਦਿੰਦੇ ਨੇ, ਉਹਨੂੰ ਸ਼ਬਦਾਂ ਦਾ ਰੂਪ ਦੇ ਦਿੰਦੇ ਹਨ। ਦੇਖੋ ਜਿੱਦਾਂ ਹੁਣ ਬਾਂਸਰੀ ਦੇ ਵਿੱਚ ਹਵਾ ਵੱਜ ਰਹੀ ਹੈ, ਬਾਂਸਰੀ ਵਿੱਚ ਹਵਾ ਵੱਜ ਰਹੀ ਹੈ, ਤੇ ਉਹ ਜਿਹੜੀਆਂ ਛੇਕ ਕੀਤੀਆਂ ਹੋਈਆਂ ਉੱਤੇ ਬਾਂਸਰੀ ਦੇ ਵਿੱਚ ਛੇਕ ਕੀਤੇ ਨੇ, ਤੇ ਉਹਦੇ ਵਿੱਚ ਉਂਗਲਾਂ ਨੂੰ ਜਦੋਂ ਉਹ ਆਪਣੇ ਤਰੀਕੇ ਦੇ ਨਾਲ, ਕਲਾ ਦੇ ਨਾਲ ਉਹਨੂੰ ਕਮਾਉਂਦੇ ਨੇ, ਤਾਂ ਉਹ ਇੱਕ ਸੁਰ ਬਣ ਜਾਂਦੀ ਹੈ, ਇੱਕ ਲੈਅ ਬਣ ਜਾਂਦੀ ਹੈ, ਇੱਕ ਰਾਗ ਬਣ ਜਾਂਦਾ ਹੈ। ਤੋ ਇਸੇ ਤਰ੍ਹਾਂ ਇਹ ਪਵਨ ਜਿਹੜੀ ਹੈ ਸਾਡੇ ਜ਼ੁਬਾਨ ਦੇ ਉੱਤੇ ਆਉਂਦੀ ਹਵਾ। ਪੱਖਾ ਤੁਸੀਂ ਹੁਣ ਕੀਰਤਨ ਸਰਵਣ ਕੀਤਾ, ਪੱਖਾ ਮਾਰਿਆ, ਪੱਖੇ ਦੀ ਹਵਾ ਸੁਰਾਂ ਦੇ ਵਿੱਚ ਵੱਜੀ, ਤੇ ਉਹ ਸੁਰਾਂ ਵੱਖਰੀਆਂ ਵੱਖਰੀਆਂ ਉੱਤੋਂ ਨੱਪਿਆ, ਉਹ ਹਵਾ ਲੀਕ ਹੋਈ, ਤੇ ਉਹ ਇੱਕ ਸੰਗੀਤ ਬਣ ਗਿਆ, ਉਹ ਇੱਕ ਰਾਗ ਬਣ ਗਿਆ, ਇੱਕ ਸੋਹਣਾ, ਮਨ ਨੂੰ ਖੁਸ਼ ਕਰਨ ਵਾਲਾ, ਹਿਰਦੇ ਨੂੰ ਤਸਕੀਨ ਕਰਨ ਵਾਲਾ ਇੱਕ ਗੁਰੂ ਸਾਹਿਬ ਜੀ ਦੀ ਬਾਣੀ ਦਾ ਸ਼ਬਦ ਬਣ ਗਿਆ। ਤੋ ਇਸੇ ਤਰ੍ਹਾਂ ਪਵਨ ਤੋਂ ਆਰੰਭ ਹੁੰਦਾ ਸ਼ਬਦ ਦਾ, ਤੇ ਇਹ ਸ਼ਬਦ ਜਦੋਂ ਇੱਕ ਤੋਂ ਦੂਸਰੇ ਬੰਦੇ ਤੱਕ ਸਫ਼ਰ ਵੀ ਕਰਦਾ ਹੈ ਨਾ ਬੱਚਿਓ, ਇਹ ਵੀ ਹਵਾ ਦੇ ਆਸਰੇ ਨਾਲ ਕਰਦਾ ਹੈ। ਤੁਸੀਂ ਕਈ ਵਾਰੀ ਨੋਟ ਕੀਤਾ ਹੋਵੇਗਾ, ਸੁਣਿਆ ਹੋਵੇਗਾ, ਜਦੋਂ ਅਸੀਂ ਇਸ ਦੇ ਧਰਤੀ ਦੇ ਜਿਹੜਾ ਹਵਾ ਦਾ ਆਸੇ ਪਾਸੇ ਦੇ ਵਾਤਾਵਰਨ ਬਣਿਆ ਹੋਇਆ ਹੈ, ਇਹ ਤੋਂ ਅਸੀਂ ਬਾਹਰ ਨਿਕਲ ਜਾਵਾਂਗੇ, ਜਾਂ ਮੰਨ ਲਓ ਅਸੀਂ ਚੰਦ ਤੇ ਚਲੇ ਜਾਂਦੇ ਹਾਂ, ਜਾਂ ਮੰਨ ਲਓ ਅਸੀਂ ਮੰਗਲ ਗ੍ਰਹਿ ਤੇ ਚਲ ਜਾਂਦੇ ਹਾਂ, ਮੰਗਲ ਗ੍ਰਹਿ ਤੇ ਚੰਦਰਮਾ ਤੇ ਉੱਤੇ ਚਲ ਜਾਵਾਂਗੇ ਨਾ, ਉੱਥੇ ਅਸੀਂ ਜੋ ਬੋਲਾਂਗੇ ਉਹ ਦੂਸਰੇ ਬੰਦੇ ਨੂੰ ਸੁਣੇਗਾ ਨਹੀਂ,
ਸਾਨੂੰ ਆਪ ਨੂੰ ਨਹੀਂ ਸੁਣੇਗਾ। ਉਹਦਾ ਕਾਰਨ ਇਹ ਹੈ ਕਿਉਂਕਿ ਉੱਥੇ ਹਵਾ ਨਹੀਂ ਹੈ। ਤਾਂ ਪਹਿਲੀ ਗੱਲ, ਹਵਾ ਜਿਹੜੀ ਹੈ, ਹਵਾ ਦੇ ਕਰਕੇ ਇਹ ਸ਼ਬਦ ਪੈਦਾ ਹੋਏ, ਇਹ ਆਵਾਜ਼ ਬਣੀ, ਆਵਾਜ਼ ਤੋਂ ਵੱਖਰੇ ਵੱਖਰੇ ਸ਼ਬਦ ਬਣੇ, ਭਾਸ਼ਾ ਬਣੀ, ਤੇ ਹਵਾ ਦੇ ਰਾਹੀਂ ਹੀ ਇਹ ਸ਼ਬਦ ਜਿਹੜੇ ਸਨ ਇਹ ਦੂਸਰੇ ਕਿਸੇ ਲੋਕਾਂ ਤੱਕ ਜਾਂ ਤੁਹਾਡੇ ਤੱਕ ਜਿਹੜੇ ਪਹੁੰਚ ਰਹੇ ਨੇ, ਹਵਾ ਦੇ ਆਸਰੇ ਨਾਲ ਪਹੁੰਚ ਰਹੇ ਨੇ। ਤੇ ਜੇ ਹਵਾ ਨਾ ਹੋਵੇ ਤੇ ਇਹ ਸ਼ਬਦ ਅਸੀਂ ਬੋਲ ਨਹੀਂ ਸਕਾਂਗੇ, ਇਹ ਸ਼ਬਦ ਜਿਹੜੇ ਇੱਕ ਦੂਸਰੇ ਤੋਂ ਤੱਕ ਪਹੁੰਚ ਨਹੀਂ ਸਕਦੇ। तो गुरु नानक देव महाराज ने बड़ी पते दी, बड़ी डूंगी, बड़ी विज्ञानक तरीके नाल उन्होंने गल की कि पवन आरंभ सतगुर मत वेला, सतगुरु नूं मिलन दा मनुखा जीवन ही असली वेला है। इहो मनुखा जीवन तो इलावा होर कोई शरीर नहीं है। कोई किसी जानवर दा, चाहे घोड़ियां दा जीवन बड़ा वधिया हुंदा है, चाहे जिहड़े ने ਉਹ ਪੰਛੀ, ਕਈ ਬੜੇ ਹੰਸ ਵਰਗੇ ਪੰਛੀ ਬੜੇ ਸਿਆਣੇ ਪੰਛੀ ਮੰਨੇ ਜਾਂਦੇ ਹੈ, ਪਰ ਉਹ ਵੀ ਇੱਕ ਦੂਜੇ ਨੂੰ ਗੱਲ ਸਮਝਾ ਨਹੀਂ ਸਕਦੇ, ਦੱਸ ਨਹੀਂ ਸਕਦੇ, ਕਿਸੇ ਦੀ ਗੱਲ ਸਮਝ ਨਹੀਂ ਸਕਦੇ। ਤਾਂ ਮਨੁੱਖਾ ਜੀਵਨ ਹੀ ਹੈ ਜਿਹੜਾ ਆਪਣੀ ਗੱਲ ਦੱਸ ਸਕਦਾ ਹੈ ਤੇ ਗੁਰੂ ਦੀ ਗੱਲ ਸੁਣ ਸਕਦਾ ਹੈ, ਮੰਨ ਸਕਦਾ ਹੈ, ਉਹਦੇ ਤੇ ਚੱਲ ਸਕਦਾ ਹੈ। ਇਹ ਮਨੁੱਖਾ ਜੀਵਨ ਨੂੰ ਇਹੋ ਹੀ ਵੇਲਾ ਹੈ ਗੁਰੂ ਨੂੰ ਮਿਲਣ ਦਾ। ਪਵਨ ਨਾਮ ਸਤਿਗੁਰ ਮਨ ਵੇਲਾ ਤੇ ਸ਼ਬਦ ਗੁਰੂ ਸੁਰਤ ਧੁਨ ਚੇਲਾ। गुरु साहब जी कहते मेरा गुरु शब्द है, मतलब कि बाणी। हुण गुरु रामदास महाराज जी का यह पावन बचन, बाणी गुरु, गुरु है बाणी। गुरु बाणी स्वरूप ने ते गुरबाणी गुरु स्वरूप है। बाणी गुरु, गुरु है बाणी, विच बाणी अमृत सारे। गुरु बाणी दे विच नाम रूपी परमात्मा दे अमृत दा तत्त सार है, निचोड़ है। गुर बाणी कह गुरुदेव साहबान जी जो बाणी कहते ने, मुखों उचारते ने, सेवक जन मन है। जेड़ा सिख मान लेंदा है परतख गुरु निस्तारे, वो गुरु साहब जी दे साक्षात दर्शन कर लेंदा है। और ये गल बड़ी स्पष्ट है, गुरु साहबान जी ने बाणी में होर भी बड़ी थाई आखी कि ये जिहड़ी बाणी मैं तुहानूं कह रहा हां सिखो, लोकाई नूं बड़े स्पष्ट शब्दां च कहा, ये जिहड़ी बाणी असीं तुहानूं आख रहे हैं, शब्द आख रहे हैं, मता समझो कि ये साडे शब्द ने जां साडी विचार है जां साडी सोचनी है। ये ते अकाल पुरख वाहिगुरु सच्चे पातशाह जी दा इल्हामी ज्ञान है। तुसीं बड़ी वारी साखियां विच कथाकारां दे कोलों जां प्रोफैसर ने विद्वानां सुणिया होएगा, गुरु नानक देव महाराज नूं जदों भी बाणी आउंदी, बाणी उचारण करन लगदे, उपदेश करन लगदे, ਉਹ ਮਰਦਾਨਾ जी नूं कहंदे, भाई साहब मरदाना जी नूं कहंदे, भाई मरदानिया रबाब वजा बाणी आई। ਉਹਦਾ मतलब की सी कि परमात्मा वाहिगुरु वो अकाल पुरख इल्हाम कर रहा है, बाणी भेज रहा है, मरदानिया रबाब वजा आई सिफत खुदा दी करिए कि परमात्मा दी जां सिफत करन वास्ते बाणी उचारदे, बाणी आउंदी, ते जां फिर लोकाई नूं उपदेश देण वास्ते, सिक्ख्या देण लई महाराज बाणी उचारदे। पोथी परमेश्वर थान वाला जो हुक्मां सुणियो जां वाहो वाहो बाणी निरंकार जेवड़ अवरना होए। ये बाणी जिहड़ी है वो परमात्मा वाहिगुरु निरंकार स्वरूप है। एक गल नोट कर लियो, तुसीं सारे कापियां लैके बैठे हो, बड़े सियाणे सूझवान बच्चे हो, तुसीं कई बार शायद तुसीं सुणिया भी होवे। पहला गुरु गुरमत दे विच, सिख धर्म दे विच ਜਿਹੜੇ ਅਕਾਲ ਪੁਰਖ ਵਾਹਿਗੁਰੂ ਤੇ 2 ਨੰਬਰ ਗੁਰੂ ਸਾਹਿਬਾਨ ਜੀ ਤੇ 3 ਨੰਬਰ ਜਿਹੜਾ ਗੁਰੂ ਸਾਹਿਬਾਨ ਜੀ ਦੀ ਬਾਣੀ ਰੂਪ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਹੈ। ਇਹ ਤਿੰਨੇ ਅਕਾਲ ਪੁਰਖ ਵਾਹਿਗੁਰੂ, ਗੁਰ ਪਰਮੇਸ਼ਰ, ਸਤਿਗੁਰੂ ਸਾਹਿਬਾਨ ਜੀ, ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹ ਤਿੰਨੇ ਕਹਿਣ ਨੂੰ 3 ਚੀਜ਼ਾਂ ਨੇ, ਕਹਿਣ ਨੂੰ ਵੱਖ-ਵੱਖ ਨੇ। ਇਹ ਤਿੰਨੇ ਆਤਮਿਕ ਰੂਪ, ਜੋਤ ਰੂਪ ਕਰਕੇ ਇੱਕ ਹਨ। ਅਕਾਲ ਪੁਰਖ ਵਾਹਿਗੁਰੂ, ਇਹਨਾਂ ਤਿੰਨਾਂ ਦੇ ਵਿੱਚ ਕੋਈ ਭਿੰਨ ਭੇਦ ਨਹੀਂ ਹੈ। ਪਰਮਾਤਮਾ ਵਾਹਿਗੁਰੂ, ਗੁਰੂ ਸਾਹਿਬਾਨ ਤੇ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਸਾਹਿਬਾਨ ਜੀ ਦਾ ਵੀ ਵਾਸਾ ਹੈ। ਅਕਾਲ ਪੁਰਖ ਵਾਹਿਗੁਰੂ ਵੀ ਬਾਣੀ ਰੂਪ ਹੋ ਕੇ, ਜੋਤ ਰੂਪ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਰਾਜਮਾਨ ਹਨ। ਔਰ ਇਹਨੂੰ ਅਸੀਂ ਬੜੀ ਸ਼ਰਧਾ ਦੇ ਨਾਲ, ਬੜੇ ਪਿਆਰ ਦੇ ਨਾਲ ਮੰਨਣਾ ਹੈ। ਤੋ प्यारे बच्चों, गुरु साहबान जी जो आप ये फरमान करके ना, भट्ट साहबाना ने देखो सिफत की गुरु साहबान जी की, ते भट्ट साहबाना ने बड़ा स्पष्ट कहा, कहते जोत रूप हर आप गुर नानक कहायो।
ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਵਿੱਚ ਵਰਤੀ। ਜੋਤ ਰੂਪ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਪਾਇਓ, ਅੱਗੇ ਗੁਰੂ ਅੰਗਦ ਦੇਵ ਮਹਾਰਾਜ ਵਿੱਚ ਜੋਤ ਆਈ। ਹੁਣ ਦੇਖੋ ਤੁਸੀਂ ਸਾਖੀਆਂ ਵਿੱਚ ਸੁਣਿਆ ਹੋਣਾ, ਜਦੋਂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਵਣੇ ਵੇਲੇ ਕਰਤਾਰਪੁਰ ਵਿਖੇ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ, ਭਾਈ ਲਹਿਣਾ ਜੀ ਨੂੰ ਗੁਰਦੇਵ ਥਾਪਿਆ, ਗੁਰੂ ਅੰਗਦ ਉਹਨਾਂ ਨੂੰ ਟਿਕਿਆ, ਤਾਂ ਪਹਿਲਾਂ ਉਹਨਾਂ ਨੇ ਆਪ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਿਆ। ਜਦੋਂ ਗੁਰੂ ਅੰਗਦ ਦੇਵ ਜੀ ਨੇ ਅੱਗੇ ਗੁਰੂ ਅਮਰਦਾਸ ਜੀ ਦੇ ਵਿੱਚ ਜੋਤ ਟਿਕਾਈ ਤੇ ਉਹਨਾਂ ਨੇ ਮੱਥਾ ਟੇਕਿਆ। ਜਦੋਂ ਗੁਰੂ ਅੰਗਦ ਅਮਰਦਾਸ ਸਾਹਿਬ ਜੀ ਨੇ ਅੱਗੇ ਇਹ ਜੋਤ ਗਈ ਤੇ ਉਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰੂ ਟਿਕ ਕੇ, ਆਪਣੇ ਜਵਾਈ ਨੇ, ਉਮਰ ਵਿੱਚ ਛੋਟੇ ਨੇ ਲੇਕਿਨ ਉਹਨਾਂ ਨੂੰ ਮੱਥਾ ਟੇਕਦੇ। ਕਿਉਂ? ਕਿਉਂਕਿ ਉਹ ਸ਼ਬਦ ਵਾਲੀ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਜਿਹੜੀ ਵਰਤ ਰਹੀ ਸੀ ਗੁਰੂ ਅਮਰਦਾਸ ਜੀ ਵਿੱਚ, ਹੁਣ ਗੁਰੂ ਰਾਮਦਾਸ ਜੀ ਦੇ ਵਿੱਚ ਟਿਕ ਗਈ। ਤੇ ਗੁਰੂ ਰਾਮਦਾਸ ਮਹਾਰਾਜ ਦੀ ਜੋਤ ਅੱਗੇ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਦੇ 10ਵੇਂ ਪਾਤਸ਼ਾਹਾਂ ਤੱਕ ਟਿਕੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹੋ ਹੀ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਟਿਕਾਈ ਹੈ। ਤੇ ਉਹਨਾਂ ਨੇ ਜਿਹੜਾ ਹੁਕਮ ਸਾਨੂੰ ਕੀਤਾ ਤੇ ਸਭ ਸਿੱਖਾਂ ਨੂੰ ਕਹੋ ਕਿ ਗੁਰੂ ਮਾਨੋ ਗ੍ਰੰਥ। ਬਈ ਅੱਜ ਤੋਂ ਕਿਸੇ ਵੀ ਸਿੱਖ ਨੇ ਜੇਕਰ ਸਾਡੇ ਨਾਲ ਗੱਲਾਂ ਕਰਨੀਆਂ ਨੇ ਤੇ ਉਹ ਗੁਰਬਾਣੀ ਪੜ੍ਹੇ। ਜੇਕਰ ਆਤਮਿਕ ਤੌਰ ਤੇ ਸਾਡੇ ਦਰਸ਼ਨ ਕਰਨੇ ਨੇ, ਆਤਮਾ ਸਾਡੀ ਗ੍ਰੰਥ ਵਿੱਚ, ਆਤਮਾ ਗ੍ਰੰਥ ਵਿੱਚ ਤੇ ਸਰੀਰ, ਜੇ ਕਿਸੇ ਦਾ ਦਿਲ ਕਰਦਾ ਕਿ ਸਰੀਰ ਦੇ ਦਰਸ਼ਨ ਕਰੀਏ ਗੁਰੂ ਸਾਹਿਬਾਨ ਜੀ ਦੇ, ਤੇ ਸਰੀਰ ਕਿਹਦੇ ਵਿੱਚ? ਸਰੀਰ ਪੰਥ ਵਿੱਚ। ਸਰੀਰ ਪੰਜਾਂ ਸਿੱਖਾਂ ਦੇ ਵਿੱਚ, ਪੰਜ ਪਿਆਰੇ ਸਾਹਿਬਾਨਾਂ ਵਿੱਚ। ਪੰਜ ਪਿਆਰੇ ਸਾਹਿਬਾਨ ਗੁਰੂ ਰੂਪ, ਗੁਰੂ ਕੀ ਸੰਗਤ, ਖਾਲਸਾ ਸਾਰਾ ਜਿੰਨਾ ਵੀ ਹੈ ਉਹ ਸਾਰਾ ਖਾਲਸਾ ਗੁਰੂ ਰੂਪ। ਤੋਂ ਗੁਰੂ ਗ੍ਰੰਥ ਤੇ ਗੁਰੂ ਪੰਥ, ਇਹ ਦੋਨਾਂ ਦਾ ਜਿਹੜਾ ਕਨਸੈਪਟ ਹੈ ਨਾ ਸਾਨੂੰ ਦਿੱਤਾ। ਆਤਮਾ ਕਰਕੇ ਦਰਸ਼ਨ ਕਰਨੇ ਤੇ ਗ੍ਰੰਥ ਦੇ ਵਿੱਚ, ਸਰੀਰ ਕਰਕੇ ਦਰਸ਼ਨ ਕਰਨੇ ਨੇ ਤੇ ਗੁਰੂ ਸਾਹਿਬਾਨ ਜੀ ਪੰਥ ਰੂਪ ਦੇ ਵਿੱਚ। ਇਹ ਬਚਨ ਜਿਹੜਾ ਗੁਰੂ ਸਾਹਿਬਾਨ ਜੀ ਨੇ ਜਦੋਂ ਅੰਮ੍ਰਿਤ ਛਕਾਉਣ ਵੇਲੇ ਰਹਿਤਾਂ ਬਹਿਤਾਂ ਦੱਸੀਆਂ ਤੇ ਇਹ ਵੀ ਬੜਾ ਸਪਸ਼ਟ ਕਿਹਾ ਕਿ ਖਾਲਸਾ ਮੇਰੋ ਰੂਪ ਹੈ ਖਾਸ। ਬਈ ਖਾਲਸਾ ਮੇਰਾ ਖਾਸ ਰੂਪ ਹੈ। ਖਾਲਸੇ ਮੈਂ ਹਾਂ ਕਰੋ ਨਿਵਾਸ, ਮੈਂ ਕਿੱਥੇ ਰਹਿਣਾ? ਖਾਲਸੇ ਵਿੱਚ ਰਹਿਣਾ। ਖਾਲਸਾ ਮੇਰਾ ਮੁੱਖ ਹੈ ਅੰਗਾ, ਖਾਲਸਾ ਮੇਰਾ ਮੁੱਖ ਅੰਗ ਹੈ। ਹੁਣ ਦੇਖੋ ਤੁਸੀਂ, ਸਾਡੇ ਸਰੀਰ ਦਾ ਮੁੱਖ ਅੰਗ ਕਿਹੜਾ ਹੈ? ਸਾਡਾ ਸਿਰ। ਸਾਡੇ ਸਿਰ ਤੋਂ ਹੀ ਸਾਡੀ ਪਛਾਣ ਹੁੰਦੀ ਹੈ, ਚਿਹਰੇ ਤੋਂ, ਮੁੱਖ ਤੋਂ। ਸਾਡੇ ਮੁੱਖ ਤੋਂ ਸਾਡੀ ਪਛਾਣ ਹੁੰਦੀ ਹੈ। ਤੇ ਖਾਲਸੇ ਦੀ ਜੇ ਗੁਰੂ ਦੀ ਪਛਾਣ ਦੇਖਣੀ ਹੈ ਤੇ ਖਾਲਸੇ ਦੇ ਕਰਕੇ ਗੁਰੂ ਸਾਹਿਬਾਨ ਜੀ ਨੂੰ ਵੇਖਣਾ ਤੇ ਖਾਲਸਾ ਝੱਟ ਪਛਾਣਿਆ ਜਾਂਦਾ। ਤੋ ਇਹ ਖਾਲਸਾ ਮੇਰਾ ਮੁੱਖ ਹੈ ਅੰਗਾ, ਖਾਲਸੇ ਕਿਉਂ? ਸਤ ਸਤ ਸੰਗਾ। ਗੁਰੂ ਸਾਹਿਬਾਨ ਜੀ ਨੇ ਆਪਣੇ ਖਾਲਸੇ ਦੇ ਵਿੱਚ ਆਪਣੇ ਆਪ ਨੂੰ ਸਮਾ ਲਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪਣੀ ਆਤਮਾ ਨੂੰ, ਜੋਤ ਨੂੰ ਟਿਕਾ ਦਿੱਤਾ। ਤੋ ਇਹ ਜਿਹੜੀ ਗੁਰਬਾਣੀ ਹੈ, ਬਾਣੀ ਰੂਪ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਅਸੀਂ ਆਤਮਿਕ ਤੌਰ ਤੇ ਗੁਰੂ ਦੀ ਬਾਣੀ ਪੜ੍ਹਦਿਆਂ, ਜਪਦਿਆਂ, ਸੁਣਦਿਆਂ, ਕਮਾਉਂਦਿਆਂ, ਪਹਿਲਾਂ ਸੁਣਨਾ, ਫਿਰ ਮੰਨਣਾ, ਫਿਰ ਕਮਾਉਣਾ, ਫਿਰ ਹਿਰਦੇ ਚ ਵਸਾਉਣਾ, ਇਸ ਤਰੀਕੇ ਦੇ ਨਾਲ ਚੱਲ ਕੇ ਅਸੀਂ ਆਤਮਿਕ ਤੌਰ ਤੇ ਗੁਰੂ ਵਰਗੇ ਬਣਨਾ ਹੈ, ਗੁਰਬਾਣੀ ਦੇ ਵਰਗੇ ਬਣਨਾ ਹੈ। ਗੁਰਬਾਣੀ ਨੂੰ ਹਿਰਦੇ ਚ ਵਸਾ ਕੇ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਜਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਵੀ ਬਚਨ ਹੈ ਰਾਗ ਦੇ ਵਿੱਚ ਕਿ ਗੁਰਬਾਣੀ ਜਿਹੜੀ ਹੈ ਇਸ ਤਰ੍ਹਾਂ ਦੇ ਨਾਲ ਆਪਣੇ ਹਿਰਦੇ ਚ ਵਸਾ ਲਓ ਕਿ ਇੱਕ ਮਿਕ ਹੋ ਜਾਣਾ। ਜਦੋਂ ਤੁਸੀਂ ਗੁਰਬਾਣੀ ਸ਼ਬਦ ਪੜ੍ਹਦੇ ਨਾ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ, ਜਾਂ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਇਹ ਨਾ ਮਤਲਬ ਇਹ ਨਹੀਂ ਕਿ ਅਸੀਂ ਮਰ ਕੇ ਜੋਤ ਦੇ ਵਿੱਚ ਜੋਤ ਜਾਣੀ ਹੈ। ਜਿਉਂਦੇ ਜੀ ਗੁਰਬਾਣੀ ਪੜ੍ਹਦਿਆਂ ਸਾਡੀ ਜਿਹੜੀ ਜੋਤ ਹੈ, ਸਾਡੀ ਜਿਹੜੀ ਆਤਮਾ ਹੈ, ਉਹ ਗੁਰੂ ਸਾਹਿਬਾਨ ਦੇ ਵਿੱਚ, ਅਕਾਲ ਪੁਰਖ ਦੇ ਵਿੱਚ ਜਿਹੜੀ ਇੱਕ ਮਿਕ ਹੋ ਗਈ। ਜਿਉਂਦੇ ਜੀ ਹੋਣੀ ਹੈ, ਮਰਨ ਤੋਂ ਬਾਅਦ ਤੇ ਚਲੋ ਜਦੋਂ ਹੋਣੀ ਹੈ। ਜਿਉਂਦੇ ਜੀ ਹੋਏਗੀ ਤੇ ਮਰਨ ਤੋਂ ਬਾਅਦ ਹੋਣੀ ਹੈ। ਜਦੋਂ ਜਿਉਂਦੇ ਜੀ ਨਹੀਂ ਹੋਈ ਤੇ ਫਿਰ ਮਰਨ ਤੋਂ ਬਾਅਦ ਕਿੱਦਾਂ ਹੋਣੀ ਹੈ? ਉਦੋਂ ਮਰਨ ਤੋਂ ਬਾਅਦ ਕੁਛ ਨਹੀਂ ਹੋਣਾ। ਤਾਂ ਗੁਰੂ ਸਾਹਿਬਾਨ ਜੀ ਨੇ ਗੁਰਬਾਣੀ ਦੇ ਵਿੱਚ ਸਾਨੂੰ ਬੜਾ ਸਪਸ਼ਟ ਕਿਹਾ, ਹਰ ਇੱਕ ਭਾਈ ਤੇਰੀ ਗੱਲ ਹੈ ਜਿਹੜੀ ਪ੍ਰਭਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ, ਜਾਂ ਜੀ ਕੀ ਬਿਰਥਾ ਜੋ ਸੋ ਗੁਰ ਪੈ ਅਰਦਾਸ ਕਰ। ਜਿਹੜੇ ਦਿਲ ਦੀ ਜੋ ਵੀ ਗੱਲ ਹੈ, ਜੋ ਵੀ ਉਲਝਣਾ ਹੈ, ਤੈਨੂੰ ਜ਼ਿੰਦਗੀ ਵਿੱਚ ਕੁਛ ਚਾਹੀਦਾ ਹੈ ਤਾਂ ਗੁਰੂ ਬਾਣੀ ਪੜ੍ਹ। ਤੈਨੂੰ ਜ਼ਿੰਦਗੀ ਵਿੱਚ ਕੋਈ ਦੁੱਖ ਤਕਲੀਫ ਆ ਗਈ ਹੈ, ਕਠਿਨਾਈ ਆ ਗਈ ਹੈ, ਤਾਂ ਗੁਰੂ ਸਾਹਿਬਾਨ ਜੀ ਦੇ ਕੋਲ ਜਾ, ਗੁਰੂ ਗ੍ਰੰਥ ਸਾਹਿਬ ਜੀ ਕੋਲ ਜਾ, ਗੁਰਬਾਣੀ ਪੜ੍ਹ। ਤੇਰੇ ਸਰੀਰ ਉੱਤੇ ਕੋਈ ਰੋਗ ਆ ਗਿਆ ਹੈ, ਕਸ਼ਟ ਆ ਗਿਆ ਹੈ,
ਤਾਂ ਗੁਰੂ ਸਾਹਿਬਾਨ ਜੀ ਦੀ ਬਾਣੀ ਪੜ੍ਹ, ਤੈਨੂੰ ਉੱਥੋਂ ਤੇਰੇ ਰੋਗ ਦਾ ਸਮਾਧਾਨ ਮਿਲੇਗਾ, ਤੈਨੂੰ ਤੇਰੇ ਕਸ਼ਟ ਦਾ ਨਿਵਾਰਨ ਮਿਲੇਗਾ, ਤੇਰੀ ਸਮੱਸਿਆ ਦਾ ਹੱਲ ਮਿਲੇਗਾ। ਜੇ ਤੂੰ ਤਰੱਕੀ ਪਾਉਣੀ ਹੈ, ਜੇ ਤਾਂ ਗੁਰੂ ਸਾਹਿਬਾਨ ਜੀ ਦੱਸਣਗੇ ਕਿੱਦਾਂ ਤਰੱਕੀ ਕਰਨੀ ਹੈ। ਤੈਨੂੰ ਪੈਸਾ ਧਨ ਦੌਲਤ ਚਾਹੀਦਾ ਹੈ ਤੇ ਤਾਂ ਗੁਰੂ ਸਾਹਿਬਾਨ ਜੀ ਦੀ ਬਾਣੀ ਦੱਸੇਗੀ, ਗੁਰੂ ਗ੍ਰੰਥ ਸਾਹਿਬ ਜੀ ਦੱਸਣਗੇ ਕਿ ਕਿਵੇਂ ਅਸੀਂ ਤਰੱਕੀ ਕਰਨੀ ਹੈ, ਕਿਵੇਂ ਅਸੀਂ ਪੈਸਾ ਕਮਾਉਣਾ ਹੈ, ਕਾਮਯਾਬੀਆਂ ਲੈਣੀਆਂ। ਤਾਂ ਹਰ ਇੱਕ ਗੱਲ, ਇਹ ਜਿਹੜੀ ਗੁਰੂ ਸਾਹਿਬਾਨ ਜੀ ਨੇ 1430 ਅੰਗ ਹੁਣ ਹੈਗੇ ਨੇ, ਇਹ 1430 ਪੰਨਿਆਂ ਦੇ ਵਿੱਚ ਜਿਹੜੀ ਗੁਰੂ ਸਾਹਿਬਾਨ ਜੀ ਨੇ ਸਾਨੂੰ ਬਾਣੀ ਦਿੱਤੀ, ਇਹਦੇ ਵਿੱਚ ਜਿੱਥੇ ਦੇਖੋ ਮੈਂ ਦੂਸਰਾ ਪੱਖ ਵੀ ਦੱਸਣਾ। ਇੱਕ ਤੇ ਹੈ ਨਾ, ਗੁਰੂ ਸਾਹਿਬਾਨ ਜੀ ਨੇ ਸਾਨੂੰ ਸਮਾਜਿਕ ਤੌਰ ਤੇ ਆਪਣੇ ਘਰ ਪਰਿਵਾਰਿਕ ਤੌਰ ਤੇ, ਆਰਥਿਕ ਤੌਰ ਤੇ, ਰਾਜਨੀਤਿਕ ਤੌਰ ਦੇ ਉੱਤੇ ਸਾਨੂੰ ਹਰ ਪੱਖੋਂ ਸੰਪੂਰਨ ਬਣਾਉਣ ਲਈ ਬਾਣੀ ਦੇ ਦੁਆਰਾ ਸਾਨੂੰ ਉਪਦੇਸ਼ ਦਿੱਤਾ। ਆਤਮਾ ਨੂੰ ਪਰਮਾਤਮਾ ਨਾਲ ਜੋੜਨ ਵਾਸਤੇ ਉਪਦੇਸ਼ ਦਿੱਤਾ ਜਿਹੜਾ ਹੈ ਇਹ। ਲੇਕਿਨ ਇਸ ਤੋਂ ਇਲਾਵਾ ਇਹ ਉਪਦੇਸ਼, ਇਹ ਜੀਵਨ ਧਾਰਕ ਸਿੱਖਿਆ ਤੋਂ ਇਲਾਵਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੁਨੀਆਦਾਰੀ ਦਾ ਹੋਰ ਬਹੁਤ ਵੱਡਾ ਗਿਆਨ ਜਿਹੜਾ ਹੈ ਉਹ ਸਾਡੇ ਕੋਲ ਛੁਪਿਆ ਹੋਇਆ ਹੈ। ਅਸੀਂ ਦੇਖੋ ਗੁਰਬਾਣੀ ਤਾਂ ਇਹ ਤਾਂ ਪਤਾ ਹੀ ਹੈ, ਸਪਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਸਾਹਿਬਾਨ ਜੀ ਨੇ, ਭਗਤ ਸਾਹਿਬਾਨਾਂ ਨੇ ਜਿੰਨੀ ਵੀ ਬਾਣੀ ਉਚਾਰੀ ਸਾਰੀ ਕਾਵ ਰੂਪ ਵਿੱਚ ਉਚਾਰੀ ਤੇ ਸੰਗੀਤ ਚ ਉਚਾਰੀ। ਸਾਰੀ ਦੀ ਸਾਰੀ ਬਾਣੀ ਗੁਰੂ ਸਾਹਿਬਾਨ ਜੀ ਨੇ ਸੰਗੀਤ ਵਿੱਚ, ਇੱਕ ਕਾਵ ਰੂਪ ਵਿੱਚ ਉਚਾਰੀ। ਹੁਣ ਕਵਿਤਾ ਨੂੰ ਸਮਝਣਾ, ਕਵਿਤਾ ਨੂੰ ਜਾਣਨਾ, ਕਵਿਤਾ ਛੰਦ ਕਿਵੇਂ ਬਣਦਾ ਹੈ, ਕਵਿਤਾ ਕਿਵੇਂ ਬਣਦੀ ਹੈ, ਕਿੰਨੇ ਤਰ੍ਹਾਂ ਦਾ ਛੰਦ ਹੁੰਦਾ ਹੈ, ਕਿੰਨੇ ਤਰ੍ਹਾਂ ਦੀ ਚਾਲ ਹੁੰਦੀ ਹੈ, ਉਹਨੂੰ ਕਿਵੇਂ ਸਮਝਣਾ ਹੈ। ਕਵਿਤਾ ਦੇ ਵਿੱਚ ਅਲੰਕਾਰ ਕਿਹੜੇ ਕਿਹੜੇ ਹੁੰਦੇ ਨੇ, ਉਹਨਾਂ ਅਲੰਕਾਰਾਂ ਦੇ ਬਿੰਬ ਕਿਹੜੇ ਕਿਹੜੇ ਹੁੰਦੇ ਨੇ, ਤੇ ਉਹ ਸਾਰਾ ਕੁਝ ਜਾਣਿਆ ਕਿ ਅਸੀਂ ਕਿੰਨਾ ਵੱਡਾ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਤੋ ਜੇ ਅਸੀਂ ਇਸ ਗੱਲ ਨੂੰ ਹੀ ਫੜ ਲਈਏ ਕਿ ਕਵਿਤਾ ਕਿੱਦਾਂ ਦੀ ਹੈ, ਤੇ ਉਹ ਸਾਡੀ ਜ਼ਿੰਦਗੀ ਲੰਘ ਜੂਗੀ ਕਵਿਤਾ ਨੂੰ ਜਾਣਦੇ। ਜੇ ਅਸੀਂ ਇਹ ਜਾਣਨ ਲੱਗ ਜਾਈਏ ਕਿ ਛੰਦ ਕਿੰਨੇ ਤਰ੍ਹਾਂ ਦਾ ਹੈ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਛੰਦ ਜਾਣਨ ਵਾਸਤੇ ਜ਼ਿੰਦਗੀ ਲੱਗ ਜਾਏਗੀ, ਖੋਜ ਨਹੀਂ ਮੁੱਕਣੀ। ਜੇ ਅਸੀਂ ਇਹ ਖੋਜ ਕਰਨ ਲੱਗ ਜਾਈਏ ਕਿ ਸੰਗੀਤ ਗੁਰੂ ਸਾਹਿਬਾਨ ਜੀ ਨੇ ਕਿੰਨੇ ਤਰ੍ਹਾਂ ਦਾ ਦਿੱਤਾ ਹੈ, 31 ਰਾਗ ਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਸ਼੍ਰੀ ਰਾਗ ਲੈ ਕੇ ਤੇ ਜੈਜਾਵੰਤੀ ਰਾਗ ਤੱਕ 31 ਰਾਗ ਤੇ ਆਪਾਂ ਸਾਰੇ ਜਾਣਦੇ ਹਾਂ। ਲੇਕਿਨ ਨਾਲ ਵੀ ਹੋਰ ਮਿਸ਼ਰਤ ਰਾਗ, ਇੰਨੇ ਹੀ ਹੋਰ 31 ਹੋਰ ਰਾਗ ਨੇ। ਆਪਾਂ 31 ਰਾਗ ਕਹਿ ਦਿੰਦੇ ਨਾ, ਗੁਰੂ ਸਾਹਿਬ ਦੇ ਕਿੰਨੇ ਰਾਗ ਜੀ? 31 ਰਾਗ। 31 ਨਹੀਂ ਰਾਗ 62 ਨੇ ਗਿਣਤੀ ਦੇ ਵਿੱਚ, 62 ਰਾਗ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੁਸੀਂ ਹੁਣ ਦੇਖੋ, ਜੇ ਇਹਨਾਂ ਦੀ ਥੋੜੇ ਜਿਹਾ ਅੱਗੇ ਜਾਣਨਾ, ਮੜ ਜਾ ਮੈਂ ਨਾਲ ਜ਼ਿਕਰ ਕਰ ਜਾਂ ਕਿਹੜੇ ਕਿਹੜੇ। ਗੌੜੀ ਇੱਕ ਤਰ੍ਹਾਂ ਦੀ ਨਹੀਂ ਹੈ, ਗੌੜੀ ਰਾਗ ਆਪਾਂ ਕਿੰਨੇ ਗੌੜੀ ਜੀ? ਗੌੜੀ ਇੱਕ ਰਾਗ ਨਹੀਂ, 6 ਤਰ੍ਹਾਂ ਦਾ ਗੌੜੀ ਰਾਗ ਗੁਰੂ ਸਾਹਿਬਾਨ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੈ। ਗੌੜੀ ਬੈਰਾਗਣ, ਗੌੜੀ ਦੇਵਕੀ, ਗੌੜੀ ਪੂਰਬੀ, ਗੌੜੀ ਗੁਆਰੇਰੀ, ਗੌੜੀ ਮਾਝ, ਗੌੜੀ ਸੋਰਠ, 6 ਤਰ੍ਹਾਂ ਦੀ ਗੌੜੀ ਹੋ ਗਈ। ਆਸਾ ਰਾਗ ਕਿੰਨੇ ਤਰ੍ਹਾਂ ਦਾ ਹੈ? ਹੁਣ ਆਸਾ ਰਾਗ ਕਹੀਏ ਵੀ ਆਸਾ ਇੱਕ ਰਾਗ ਨਹੀਂ, ਆਸਾ ਇੱਕ ਰਾਗ ਨਹੀਂ। ਆਸਾ ਦੇ ਰਾਗ ਦੇ ਵਿੱਚ ਆਸਾਵਰੀ ਰਾਗ, ਆਸਾਵਰੀ ਵੱਖਰਾ ਹੈ, ਆਸਾ ਰਾਗ ਵੱਖਰਾ ਹੈ। ਆਸਾ ਤੇ ਆਸਾਵਰੀ, ਫਿਰ ਆਸਾ ਕਾਫੀ, ਇਹ ਰਾਗ ਫਿਰ 2 ਬਣ ਗਏ। ਆਸਾ ਤੇ ਕਾਫੀ ਰਾਗ ਮਿਲ ਕੇ ਫਿਰ ਇੱਕ ਰਾਗ ਹੋਰ ਬਣ ਗਿਆ। ਤੋ ਇਹ ਫਿਰ ਸੂਹੀ ਰਾਗ, ਸੂਹੀ ਤੇ ਸੂਹੀ ਲਲਿਤ, ਸੂਹੀ ਕਾਫੀ, ਇਹ 3 ਰਾਗ ਫੇਰ ਬਣ ਗਏ। ਧਨਾਸਰੀ ਕਾਫੀ, ਇਹ 2 ਰਾਗ ਬਣ ਗਏ। ਧਨਾਸਰੀ ਤੇ ਧਨਾਸਰੀ ਕਾਫੀ ਵੱਖਰਾ ਹੋ ਗਿਆ, ਇਹ ਰਾਗ ਬਣ ਗਏ। ਤਰ੍ਹਾਂ ਰਾਮਕਲੀ ਪੂਰਬੀ ਜਾਂ ਪ੍ਰਭਾਤੀ ਵਿਭਾਸ, ਪ੍ਰਭਾਤੀ ਵੱਖਰਾ ਤੇ ਵਿਭਾਸ ਵੱਖਰਾ। ਫਿਰ ਬਸੰਤ ਤੇ ਬਸੰਤ, ਹਿੰਡੋਲ, ਹਿੰਡੋਲ ਵੱਖਰਾ ਰਾਗ, ਬਸੰਤ ਵੱਖਰਾ ਰਾਗ। ਇਹ ਇਸ ਤਰ੍ਹਾਂ ਕਰਕੇ 31 ਤੇ 31 ਹੋਰ 62 ਰਾਗ ਗੁਰੂ ਗ੍ਰੰਥ ਸਾਹਿਬ ਚ ਨੇ। ਅਲੰਕਾਰਾਂ ਦੀ ਗੱਲ ਕਰੀਏ, ਅਲੰਕਾਰ ਇੰਨੇ ਤਰ੍ਹਾਂ ਦੇ ਗੁਰੂ ਸਾਹਿਬਾਨ ਜੀ ਨੇ ਅਲੰਕਾਰਕ ਬਿੰਬ ਦਿੱਤੇ ਨੇ ਕਿ ਉਹ ਸਾਡੀ ਜ਼ਿੰਦਗੀ ਲੰਘ ਜੇ ਅਲੰਕਾਰਾਂ ਨੂੰ ਜਾਣਨ ਲੱਗ ਜਾਏ। ਫਿਰ ਇਸ ਤੋਂ ਅੱਗੇ ਗੁਰੂ ਸਾਹਿਬਾਨ ਜੀ ਨੇ ਭਾਸ਼ਾਵਾਂ ਕਿੰਨੀਆਂ ਦਿੱਤੀਆਂ ਵਿੱਚ? ਸਾਨੂੰ ਕਿੰਨੀਆਂ ਭਾਸ਼ਾਵਾਂ ਆਉਂਦੀਆਂ ਦੱਸੋ? ਅਸੀਂ ਜ਼ਿਆਦਾ ਤੋਂ ਜ਼ਿਆਦਾ ਮੇਰੇ ਖਿਆਲ 3 ਭਾਸ਼ਾ ਜਾਣਦੇ ਹੋਵਾਂਗੇ। ਤੁਸੀਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ, 3 ਭਾਸ਼ਾ ਜਾਣਦੇ ਹੋਵੋਗੇ। ਜਾਂ ਜਿਹੜੇ ਪੜ੍ਹੇ ਲਿਖੇ ਵਿਦਵਾਨ ਨੇ, ਹੋ ਸਕਦਾ ਉਰਦੂ ਪੜ੍ਹੇ ਹੋਣ, ਜ਼ਿਆਦਾ ਕੋਈ ਪੜ੍ਹ ਗਿਆ ਤੇ ਉਰਦੂ ਤੋਂ ਅੱਗੇ ਫਾਰਸੀ ਪੜ੍ਹ ਲਏਗਾ। 5 ਭਾਸ਼ਾਵਾਂ। ਲੇਕਿਨ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਸ਼ਾਵਾਂ ਦੇਖੋ, ਪੰਜਾਬੀ, ਸਿੰਧੀ ਤੇ ਹਿੰਦੂਕੋ ਤੇ ਮਗਧੀ, ਫਿਰ ਸੰਸਕ੍ਰਿਤੀ ਤੇ ਸੰਸਕ੍ਰਿਤੀ, ਅਰਬੀ ਤੇ ਫਾਰਸੀ ਤੇ ਮਰਾਠੀ ਤੇ ਗੁਜਰਾਤੀ, ਇਹ ਇੰਨੀਆਂ ਭਾਸ਼ਾਵਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਉਹ ਦਿੱਤੀਆਂ ਨੇ। ਤੋ ਕਿੰਨੀਆਂ ਭਾਸ਼ਾਵਾਂ ਦਾ ਗਿਆਨ ਉਹਨਾਂ ਦਾ ਸਾਨੂੰ ਗੁਰੂ ਸਾਹਿਬਾਨ ਜੀ ਨੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤਾ। ਇਹਦੀ ਖੋਜ ਕਰਨ ਲੱਗੀ ਭਾਸ਼ਾਵਾਂ ਦੀ, ਤੇ ਉਹ ਸਾਡੀ ਜ਼ਿੰਦਗੀ ਲੰਘ ਗਈ। ਇਹ ਬਾਣੀ ਤੇ ਇਹਦੇ ਵਿੱਚ ਇੰਨਾ ਕੁ ਗਿਆਨ ਗੁਰੂ ਸਾਹਿਬਾਨ ਜੀ ਨੇ ਸਾਨੂੰ ਬਖਸ਼ਿਸ਼ ਕੀਤਾ। ਅੱਗੇ ਬਾਣੀ ਦੇ ਨਾਲ ਜਿਹੜਾ ਦੂਜਾ ਸ਼ਬਦ ਅਸੀਂ ਜੋੜਦੇ ਹਾਂ, ਅੱਜ ਵਿਸ਼ੇ ਦੇ ਵਿੱਚ ਆਇਆ ਬਾਣਾ।
ਗੁਰਬਾਣੀ ਸਾਡੀ ਜ਼ਿੰਦਗੀ ਦਾ ਆਧਾਰ ਹੈ, ਆਸਰਾ ਹੈ। ਸਿੱਖ ਦਾ ਹਰ ਕੰਮ ਬਾਣੀ ਤੋਂ। ਸਾਡਾ ਜਨਮ ਕਿਵੇਂ, ਜਦੋਂ ਸਾਡਾ ਜਨਮ ਹੋਇਆ ਸਾਡੇ ਮਾਪਿਆਂ ਨੇ ਬਾਣੀ ਪੜ੍ਹੀ, ਹਨਾ। ਸਾਡੇ ਘਰ ਬੱਚਾ ਜਾਂਦਾ ਹੈ ਤੇ ਅਸੀਂ ਬੱਚੇ ਜਨਮ ਦੇ ਵੇਲੇ ਬਾਬਾ ਜੀ ਨੂੰ ਬੁਲਾਉਂਦੇ ਹਾਂ, ਉਹਨੂੰ ਜਪਜੀ ਸਾਹਿਬ ਦਾ ਪਾਠ ਕਰਕੇ ਗੁਰਬਾਣੀ ਦੀ ਗੁੜਤੀ ਉਹ ਬੂੰਦਾਂ ਪਵਿੱਤਰ ਜਲ ਦੀਆਂ ਬਾਣੀ ਪੜ੍ਹ ਕੇ ਮੁੱਖ ਵਿੱਚ ਪਾਈਆਂ ਜਾਂਦੀਆਂ। ਬਾਣੀ ਦੇ ਨਾਲ ਸਾਨੂੰ ਗੁੜਤੀ ਮਿਲੀ। ਹਰ ਕੰਮ ਸਾਡਾ ਗੁਰਬਾਣੀ ਤੋਂ ਸ਼ੁਰੂ ਹੋਇਆ। ਜ਼ਿੰਦਗੀ ਸਾਡਾ ਜਨਮ ਬਾਣੀ ਤੋਂ ਸ਼ੁਰੂ ਹੋਇਆ। ਜੇ ਅਸੀਂ ਸਵੇਰੇ ਉੱਠੇ, ਸਵੇਰ ਤੋਂ ਲੈ ਕੇ ਸ਼ਾਮ ਤੱਕ, ਤਾਂ ਸਾਡਾ ਸਵੇਰੇ ਉੱਠੇ ਤਾਂ ਬਾਣੀ ਪੜ੍ਹੀ, ਸ਼ਾਮ ਨੂੰ ਘਰੇ ਆਏ ਵਿਹਲੇ ਹੋਏ ਤਾਂ ਬਾਣੀ ਪੜ੍ਹੀ, ਰਾਤ ਨੂੰ ਸੌਣ ਲੱਗੇ ਤਾਂ ਬਾਣੀ ਪੜ੍ਹੀ, ਸਾਡਾ ਵਿਆਹ ਹੋਇਆ ਤਾਂ ਬਾਣੀ ਦੇ ਨਾਲ, ਅੰਮ੍ਰਿਤ ਛਕਿਆ ਤਾਂ ਬਾਣੀ ਦੇ ਨਾਲ, ਸਾਡੀ ਮੌਤ ਵੀ ਹੋਵੇਗੀ ਤੇ ਉਹ ਵੀ ਬਾਣੀ ਦੇ ਨਾਲ ਹੀ ਹੋਣੀ ਹੈ। ਤੋ ਜਨਮ ਤੋਂ ਲੈ ਕੇ ਤੇ ਮੌਤ ਤੱਕ, ਸਵੇਰੇ ਉੱਠਣ ਤੋਂ ਲੈ ਕੇ ਤੇ ਰਾਤ ਨੂੰ ਸੌਣ ਤੱਕ ਸਾਡੀ ਜ਼ਿੰਦਗੀ ਵਿੱਚ, ਸਿੱਖ ਦੀ ਜ਼ਿੰਦਗੀ 'ਚ ਬਾਣੀ ਹੀ ਬਾਣੀ ਹੈ। ਬਾਣੀ ਤੋਂ ਬਿਨਾਂ ਕੁਛ ਨਹੀਂ ਹੈ। ਤੋ ਜੇਕਰ ਇਹ ਬਾਣੀ ਏਦਾਂ ਹੈ, ਦੇਖੋ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਖੀਰ ਵਿੱਚ ਮੁੰਦਾਵਣੀ ਉਚਾਰੀ ਨਾ, ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਕਿ ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का प्रभु जिसका सब सुधारो, जे को खावे जे को पंचाए तिसका होए उधारो, ਇਹ ਵਸਤ ਤਜੀ ਨੇ ਜਾਈ ਨਿਤ ਨਿਤ ਰੱਖ ਔਰ ਧਾਰੋ। ਬਈ ਦੁਨੀਆ ਦੇ ਲੋਗੋ, ਇਹ ਜਿਹੜਾ ਮੈਂ ਥਾਲ ਗੁਰੂ ਗ੍ਰੰਥ ਸਾਹਿਬ ਆਦਿ ਗ੍ਰੰਥ ਦੇ ਰੂਪ ਵਿੱਚ ਤਿਆਰ ਕਰ ਦਿੱਤਾ ਹੈ, ਇਹ ਜਿਵੇਂ ਖਾਣਾ ਅਸੀਂ ਖਾਂਦੇ ਹਾਂ ਨਾ, ਰੋਜ਼ 3 ਟਾਈਮ ਖਾਣਾ ਖਾਂਦੇ ਹਾਂ, ਇਹ ਬਸ ਉਸੇ ਤਰ੍ਹਾਂ ਥਾਲ ਪਰੋਸਣ ਵਾਂਗੂ। ਸਾਡੇ ਥਾਲ ਦੇ ਵਿੱਚ ਮਿੱਠਾ ਭੋਜਨ ਹੁੰਦਾ, ਸੁਣਾ ਵੀ ਹੁੰਦਾ ਹੈ, ਕਿ ਪ੍ਰਸ਼ਾਦ ਵੀ ਹੁੰਦਾ ਹੈ, ਸਾਰਾ ਜਲ ਪਾਣੀ ਵੀ ਹੁੰਦਾ ਪੀਣ ਵਾਸਤੇ। ਉਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਇਹ ਸਾਰਾ ਕੁਛ ਮੈਂ ਦੱਸਿਆ ਹੈ। ਗੁਰੂ ਸਾਹਿਬਾਨ ਜੀ ਕਹਿੰਦੇ ਇਹਦੇ ਵਿੱਚ ਸੱਚ ਹੈ, ਸੰਤੋਖ ਹੈ ਤੇ ਪਰਮਾਤਮਾ ਦਾ ਨਾਮ ਅੰਮ੍ਰਿਤ ਜਲ ਉਹ ਇਹਦੇ ਵਿੱਚ ਮੌਜੂਦ ਹੈ। ਜਿਵੇਂ ਜਿਹੜਾ ਰੋਟੀ ਪ੍ਰਸ਼ਾਦਾ ਛੱਡਿਆ ਨਹੀਂ ਜਾ ਸਕਦਾ, ਆਪਾਂ ਛੱਡ ਕੇ ਜਿਉਂਦੇ ਰਵਾਂਗੇ ਨਹੀਂ, ਰੋਟੀ ਪ੍ਰਸ਼ਾਦਾ ਛੱਡ ਕੇ ਅਸੀਂ ਜਿਉਂਦੇ ਨਹੀਂ ਰਹਿ ਸਕਦੇ। ਦੇਖੋ ਦੂਜੀ ਗੱਲ ਮਹਾਰਾਜ ਨੇ ਕਿਹਾ, ਜੇ ਕੋ ਖਾਵੇ ਜੇ ਕੋ ਪੁੰਚੈ। ਪ੍ਰਸ਼ਾਦਾ ਰੋਟੀ ਜਿੰਨੀ ਖਾਣੀ ਜ਼ਰੂਰੀ ਹੈ, ਓਨਾ ਉਹਨੂੰ ਹਜਮ ਕਰਨਾ ਵੀ ਜ਼ਰੂਰੀ ਹੈ। ਕਈ ਵਾਰ ਡਾਕਟਰ ਕਹਿੰਦੇ ਵੀ ਰੋਟੀ ਖਾ ਲੈਣਾ, ਮੈਨੂੰ ਹਜਮ ਨਹੀਂ ਹੁੰਦੀ, ਇੱਥੇ ਮੇਰੇ ਨਾ ਇੱਥੇ ਆੜੀ ਰਹਿੰਦੀ ਰੋਟੀ, ਇੱਥੇ ਹੀ, ਉਹਦਾ ਮਤਲਬ ਹੈ ਹਜਮ ਨਹੀਂ ਹੋਈ, ਡਾਇਜੈਸਟ ਨਹੀਂ ਹੋਈ। ਉਹ ਰੋਟੀ ਪੇਟ 'ਚ ਜਾਏਗੀ, ਹਜਮ ਹੋਵੇਗੀ, ਹਜਮ ਹੋ ਕੇ ਉਹਦੀ ਤਾਕਤ ਬਣੇਗੀ, ਖੂਨ ਬਣੇਗਾ, ਉਹ ਸਾਡੀਆਂ ਨਾੜੀਆਂ 'ਚ ਦੌੜੇਗੀ। ਉਹ ਖੂਨ ਜਿਹੜਾ ਰੋਟੀ ਹੈ, ਸਾਡੀ ਜਿਹੜੀ ਖੂਨ ਬਣੀ ਹੈ ਨਾ, ਉਹ ਰੋਟੀ ਹੈ, ਤਾਕਤ ਉਹ ਹੀ ਹੈ। ਤੋ ਇਸੇ ਤਰ੍ਹਾਂ ਗੁਰੂ ਸਾਹਿਬਾਨ ਜੀ ਨੇ ਕਿਹਾ ਬਾਣੀ ਨੂੰ ਛਕਣਾ ਹੈ ਤੇ ਇੰਨਾ ਕੁ ਆਪਣੇ ਹਿਰਦੇ ਵਿੱਚ, ਆਪਣੀ ਮਨ ਆਤਮਾ 'ਚ ਵਸਾ ਲੈਣਾ ਹੈ ਕਿ ਬਸ ਇਹ ਹਜਮ ਹੋ ਜਾਏ ਸਾਡੇ ਰੋਮ ਰੋਮ ਦੇ ਵਿੱਚ। ਇਹ ਜਿਹੜੀ ਬਾਣੀ ਤਾਕਤ ਬਣ ਕੇ ਰੋਮ ਰੋਮ, ਮਤਲਬ ਕਿ ਜ਼ਿੰਦਗੀ ਦੇ ਹਰ ਹਿੱਸੇ ਦੇ ਵਿੱਚ ਸਾਡੀ ਬਾਣੀ ਹੀ, ਇਹ ਬਾਣੀ ਪਹੁੰਚ ਜਾਵੇ। ਫਿਰ ਇਹ ਵਸਤ ਤਜੀ ਨਾ ਜਾਈ। ਜਿਵੇਂ ਰੋਟੀ ਨਹੀਂ ਛੱਡੀ ਜਾ ਸਕਦੀ, ਇਸੇ ਤਰ੍ਹਾਂ ਇਹ ਆਤਮਿਕ ਖੁਰਾਕ ਜਿਹੜੀ ਹੈ ਇਹ ਵੀ ਛੱਡੀ ਨਹੀਂ ਜਾ ਸਕਦੀ। ਇਸ ਨੂੰ ਛੱਡ ਕੇ ਅਸੀਂ ਆਤਮਿਕ ਤੌਰ ਤੇ ਜਿਉਂਦੇ ਨਹੀਂ ਰਹਿ ਸਕਦੇ। ਰੋਟੀ ਨੂੰ ਛੱਡ ਕੇ ਸਰੀਰਕ ਤੌਰ ਤੇ ਨਹੀਂ ਜਿਉਂਦੇ ਰਹਿ ਸਕਦੇ ਤੇ ਬਾਣੀ ਨੂੰ ਛੱਡ ਕੇ ਅਸੀਂ ਆਤਮਿਕ ਤੌਰ ਤੇ ਜਿਉਂਦੇ ਨਹੀਂ ਰਹਿ ਸਕਦੇ। ਇਹ ਸਾਡੀ ਮਨ ਬੁੱਧੀ ਆਤਮਾ ਦੀ ਖੁਰਾਕ ਹੈ। ਜੇ ਅਸੀਂ ਆਤਮਿਕ ਤੌਰ ਤੇ, ਅਧਿਆਤਮਿਕ ਤੌਰ ਤੇ ਜਿਉਂਦਿਆਂ ਵਿੱਚ ਸਾਡੀ ਗਿਣਤੀ ਕਰਾਉਣਾ ਚਾਹੁੰਦੇ ਹਾਂ ਤੇ ਇਹ ਬਾਣੀ ਨੂੰ ਰੋਜ਼ ਪੜ੍ਹਨਾ ਹੈ। ਅੱਗੇ ਆ ਗਿਆ ਬਾਣਾ। ਹੁਣ ਬਾਣਾ ਜਿਹੜਾ ਹੈ ਇਹ ਕਿੰਨਾ ਜ਼ਰੂਰੀ ਹੈ। ਦੇਖੋ ਬੱਚਿਓ, ਇੱਕ ਸੁਹਾਗਣ ਇਸਤਰੀ ਜਿਹੜੀ ਵਿਆਹੀ ਵਾਲੀ ਔਰਤ ਹੈ, ਲੜਕੀ ਹੈ, ਔਰਤ ਵਿਆਹੀ ਹੋਈ, ਉਹਦੇ ਸਰੀਰ ਦੇ ਉੱਤੇ ਤੁਸੀਂ ਕਈ ਵਾਰ ਉਸ ਔਰਤ ਨੂੰ, ਉਸ ਵਿਆਹੀ ਹੋਈ ਕੁੜੀ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਉਹ ਵਿਆਹੀ ਹੈ। ਕੀ ਨਿਸ਼ਾਨੀਆਂ ਹੁੰਦੀਆਂ ਨੇ ਉਹਦੀਆਂ? ਉਹਨੇ ਲਾਲ ਕੱਪੜੇ, ਸੂਹੇ ਕੱਪੜੇ ਪਾਏ ਹੋਣਗੇ, ਉਹਨੇ ਆਪਣੀ ਮੰਗ ਦੇ ਵਿੱਚ ਸੰਧੂਰ, ਜਿਵੇਂ ਹਿੰਦੂ ਸਮਾਜ ਦੇ ਵਿੱਚ ਪਾਉਂਦੇ ਆ, ਉਹ ਸੁਹਾਗ ਦੀ ਨਿਸ਼ਾਨੀ ਪਾਇਆ ਹੋਏਗਾ, ਜਾਂ ਵੱਖਰੇ ਵੱਖਰੇ ਧਰਮਾਂ ਦੇ ਮੁਤਾਬਕ ਜਿਵੇਂ ਜਿਵੇਂ ਵੱਖਰੀਆਂ ਵੱਖਰੀਆਂ ਆਪਣੀਆਂ ਆਪਣੀਆਂ ਮਰਜ਼ਾਵਾਂ ਦੇ ਮੁਤਾਬਕ ਕੋਈ ਨਿਸ਼ਾਨੀ ਹੋਏਗੀ। ਉਹਨਾਂ ਨੇ ਜਾਂ ਹੱਥ ਵਿੱਚ ਚੂੜੀਆਂ ਪਾਈਆਂ ਹੋਣਗੀਆਂ। ਤੋ ਇਹ ਉਹਨਾਂ ਦੇ ਵਿਆਹੇ ਹੋਣ ਦੀ, ਸੁਹਾਗਣਾ ਹੋਣ ਦੀ ਨਿਸ਼ਾਨੀ ਹੈ ਕਿ ਉਹ ਪਛਾਣੀਆਂ ਜਾਂਦੀਆਂ। ਹੁਣ ਤੁਸੀਂ ਸਕੂਲਾਂ ਵਿੱਚ ਪੜ੍ਹਨ ਵਾਲੇ ਸਾਰੇ ਬੱਚੇ ਹੋ, ਸਕੂਲਾਂ 'ਚ ਪੜ੍ਹਦੇ ਹੋ, ਤੁਸੀਂ ਸਕੂਲ ਦੀ ਵਰਦੀ ਪਾਉਂਦੇ ਹੋ। ਸਕੂਲ ਦੀ ਵਰਦੀ ਪਾਈ ਹੋਵੇ ਤੇ ਤੁਹਾਨੂੰ ਦੱਸਣ ਦੀ ਲੋੜ ਨਹੀਂ, ਵਿਦਿਆਰਥੀ ਹੋ ਤੇ ਕਿਹੜੇ ਸਕੂਲ ਦੇ ਵਿਦਿਆਰਥੀ ਹੋ, ਤੁਹਾਡੀ ਵਰਦੀ ਦੇਖ ਕੇ ਹੀ ਲੋਕੀ ਸਮਝ ਜਾਂਦੇ ਨੇ ਕਿ ਇਹ ਬੱਚਾ ਪੜ੍ਹਨ ਵਾਲਾ ਸਟੂਡੈਂਟ ਹੈ
ਤੇ ਨਾਲੇ ਫਲਾਣੇ ਸਕੂਲ ਦਾ ਸਟੂਡੈਂਟ ਹੈ। ਕਿਉਂ? ਕਿਉਂਕਿ ਉਹ ਸਕੂਲ ਦੀ ਵਰਦੀ ਪਾਈ। ਫਿਰ ਫੌਜ ਦੇਖੋ, ਫੌਜ ਨੂੰ ਵੀ ਬੜੀ ਵਰਦੀ ਜਿਹੜੀ ਆ ਜ਼ਰੂਰੀ ਦੱਸੀ। ਕਿਉਂ? ਫੌਜ ਨੂੰ ਹੁਣ ਲੜਨਾ ਤੇ ਫੌਜ ਨੇ ਹਥਿਆਰਾਂ ਨਾਲ ਹੈ ਤੇ ਸਰੀਰ ਦੀ ਤਾਕਤ ਨਾਲ ਹੈ, ਵਰਦੀ ਦੀ ਕੀ ਲੋੜ। ਜਿਹੜੀ ਵਰਦੀ ਹੈ ਇਹ ਉਹਨਾਂ ਵਿੱਚ ਯੂਨਿਟੀ ਦਾ ਕੰਮ ਕਰਦੀ ਹੈ ਤੇ ਨਾਲੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਉਂਦੀ ਹੈ ਕਿ ਅਸੀਂ ਫੌਜੀ ਹਾਂ। ਇਹ ਜਿਹੜੀ ਮੈਨੂੰ ਵਰਦੀ ਮਿਲੀ ਹੈ, ਚਾਹੇ ਸਕੂਲ ਦੀ, ਚਾਹੇ ਉਹ ਫੌਜ ਦੀ, ਤੇ ਚਾਹੇ ਸੁਹਾਗਵਤੀ ਇਸਤਰੀ ਨੇ ਆਪਣਾ ਜਿਹੜਾ ਉਹ ਸੂਹਾ ਪਹਿਰਾਵਾ ਪਾਇਆ ਹੋਇਆ, ਇਹ ਇਸ ਗੱਲ ਦਾ ਲਿਖਾਇਕ ਹੈ ਕਿ ਮੈਂ ਸੁਹਾਗਣ ਹਾਂ, ਮੇਰੇ ਸਿਰ ਦਾ ਪਤੀ ਤੇ ਪਤੀ ਹੈ, ਜਾਂ ਮੈਂ ਕਿਸੇ ਫੌਜ ਦਾ ਨੌਕਰੀ ਕਰਦਾ, ਕਿਸੇ ਮਾਲਕ ਦੀ, ਤੇ ਮੈਂ ਇਸ ਦੀ ਨੂੰ ਜਸਟੀਫਾਈ ਕਰਨਾ, ਇਸ ਜ਼ਿੰਮੇ ਲੱਗੀ ਹੋਈ ਜ਼ਿੰਮੇਵਾਰੀ ਨੂੰ ਮੈਂ ਨਿਭਾਉਣਾ ਹੈ। ਤੁਸੀਂ ਵਿਦਿਆਰਥੀ ਹੋ, ਸਟੂਡੈਂਟ ਹੋ, ਝੱਟ ਪਛਾਣੇ ਜਾਂਦੇ ਹੋ। ਇਸੇ ਤਰ੍ਹਾਂ ਜਿਹੜਾ ਬਾਣਾ ਹੈ ਸਾਡਾ, 5 ਕਕਾਰੀ ਰਹਿਤ ਗੁਰੂ ਸਾਹਿਬਾਨ ਜੀ ਦੇ ਦਿੱਤੀ, ਜਿਹੜੀ ਕੇਸਾਂ ਦੀ ਮੋਹਰ ਜਿਹੜੀ ਹੈ, ਕੇਸਾਂ ਨੂੰ ਸਾਬਤ ਸੂਰਤ ਰੱਖਣ ਦਾ ਉਪਦੇਸ਼ ਤੇ ਸੀਸ ਉੱਤੇ ਦਸਤਾਰ ਸਜਾਉਣ ਦੇ ਕਰਕੇ ਢੱਕੇ ਰੱਖਣ ਦਾ ਉਪਦੇਸ਼ ਤੇ ਗੁਰੂ ਨਾਨਕ ਦੇਵ ਮਹਾਰਾਜ ਤੋਂ ਚੱਲਿਆ। ਗੁਰੂ ਨਾਨਕ ਦੇਵ ਮਹਾਰਾਜ ਨੇ ਮਰਦਾਨੇ ਨੂੰ ਜਦੋਂ ਰਬਾਬ ਦਿੱਤੀ ਨਾ ਮਰਦਾਨੇ ਨੂੰ, ਤੇ ਨਾਲ ਗੁਰੂ ਨਾਨਕ ਦੇਵ ਜੀ ਨੇ ਇਹ ਵੀ ਕਿਹਾ ਸੀ, ਭਾਈ ਮਰਦਾਨਿਆ ਆਪਣੇ ਸਿਰ ਨੂੰ ਵੀ ਨੰਗਾ ਨਹੀਂ ਰੱਖਣਾ, ਦਸਤਾਰ ਨੂੰ ਵੀ, ਕੇਸਾਂ ਨੂੰ ਕਟਾਉਣਾ ਨਹੀਂ ਤੇ ਸਿਰ ਨੂੰ ਨੰਗਾ ਨਹੀਂ ਰੱਖਣਾ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਹੀ ਸਿੱਖ ਜਿਹੜੇ ਸਨ ਉਹ ਸਾਬਤ ਸੂਰਤ ਹੋਣ ਲੱਗ ਗਏ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 5 ਕਕਾਰੀ ਰਹਿਤ ਦੇ ਦਿੱਤੀ। ਇਹ ਜਿਹੜੀ 5 ਕਕਾਰੀ ਰਹਿਤ ਹੈ ਇਹ ਇੱਕ ਕਿਲੇ ਦਾ ਕੰਮ ਕਰਦੀ ਹੈ। ਨਾਲੇ ਤੇ ਇਸ 5 ਕਕਾਰੀ ਰਹਿਤ ਦਾ ਕੋਈ ਮਤਲਬ ਹੈ। ਸਿਰ ਦੇ ਉੱਤੇ ਦਸਤਾਰ, ਆਪਾਂ ਸਾਰੇ ਜਾਣਦੇ ਸਰਦਾਰੀ ਦਾ, ਇਹ ਨਾ ਇੱਕ ਜਿਵੇਂ ਬਾਦਸ਼ਾਹ ਦਸਤਾਰ ਸਜਾਉਂਦਾ ਹੈ, ਤਾਜ ਪਹਿਨ ਕੇ ਚੱਲਦਾ ਹੈ, ਤਾਜ ਪਹਿਨ ਕੇ ਦਰਬਾਰ ਵਿੱਚ ਆਉਂਦਾ ਹੈ, ਲੋਕਾਂ ਨੂੰ ਮਿਲਦਾ ਹੈ, ਜਾਂ ਉਹ ਸਰਦਾਰੀ ਦਾ ਲਖਾਇਕ ਹੈ ਜਿਹੜੀ ਦਸਤਾਰ ਹੈ ਸਿਰ ਦੇ ਉੱਤੇ। ਤੇ ਜਿਹੜੇ ਕੇਸ ਨੇ ਸਾਬਤ ਸੂਰਤ, ਇਹ ਪਰਮਾਤਮਾ ਦੀ ਦਿੱਤੀ ਹੋਈ ਸਵਾਤ, ਉਹਨਾਂ ਨੂੰ ਸਬੂਤਾ ਰੱਖਣਾ। ਤੇ ਅੱਗੇ ਗੁਰੂ ਸਾਹਿਬਾਨ ਜੀ ਨੇ ਜਿਹੜੀਆਂ ਚੀਜ਼ਾਂ ਦਿੱਤੀਆਂ, ਕੇਸਾਂ ਦੇ ਵਿੱਚ ਕੰਘਾ ਦਿੱਤਾ, ਗੁਰੂ ਸਾਹਿਬਾਨ ਜੀ ਨੇ ਸਾਨੂੰ ਕੜਾ ਦਿੱਤਾ ਤੇ ਕਿਰਪਾਨ ਦਿੱਤੀ ਤੇ ਕਛਹਿਰਾ, ਇਹਨਾਂ ਦਾ ਵੀ ਕੋਈ ਮਤਲਬ ਸੀ। ਹੁਣ ਸਿਰ ਵਿੱਚ ਕੰਘਾ ਦੇ ਸਾਰੀ ਦੁਨੀਆ ਵਰਤਦੀ ਹੈ, 5 ਕਕਾਰੀ ਰਹਿਤ ਵਿੱਚ ਕੰਘਾ ਸਾਰੀ ਦੁਨੀਆ ਕੰਘਾ ਵਰਤਦੀ, ਲੇਕਿਨ ਮਹਾਰਾਜ ਕਹਿੰਦੇ ਵੀ ਆਪਣਾ ਆਪਣਾ ਕੰਘਾ ਵਰਤਣਾ, ਇਸ ਕਰਕੇ ਹਰ ਵੇਲੇ ਸਿਰ ਤੇ ਰੱਖਣਾ। 2 ਟਾਈਮ ਸਾਨੂੰ ਕੰਘੇ ਦੀ ਲੋੜ ਪੈਂਦੀ। ਹੁਣ ਜਿਹੜੇ ਘਰਾਂ ਵਿੱਚ ਅੰਮ੍ਰਿਤ ਨਹੀਂ ਜਿਨ੍ਹਾਂ ਨੇ ਛਕਿਆ, ਉਹ ਕੰਘਾ ਹੀ ਲੱਭਦੇ ਫਿਰਨਗੇ, ਕੰਘੀ ਕਿੱਥੇ, ਕੰਘੀ ਕਿੱਥੇ, ਇੱਕ ਦੂਜੇ ਦੀ ਕੰਘੀ ਵਰਤਣਗੇ, ਉਹ ਇੱਕ ਤੋਂ ਦੂਜੇ ਦੇ ਵਿੱਚ ਬਿਮਾਰੀਆਂ ਆਉਂਦੀਆਂ ਤੇ ਲੱਭਦੇ ਫਿਰਦੇ ਆ ਕੰਘੀ ਦੇ ਤੇ ਜਰਾ। ਮਹਾਰਾਜ ਕਹਿੰਦੇ ਨਹੀਂ, ਆਪਣਾ ਆਪਣਾ ਕੰਘਾ ਵਰਤਣਾ ਹੈ। ਕੰਘੇ 2 ਟਾਈਮ ਕੇਸਾਂ ਨੂੰ ਕੰਘਾ ਕਰਾਂਗੇ, ਸਾਵਧਾਨ ਹੋਣ ਦਾ, ਸੁਸਤੀ ਨੂੰ, ਲੇਜ਼ੀਨੈਸ ਜਿਹੜੀ ਸਾਡੇ ਆ ਜਾਂਦੀ ਜ਼ਿੰਦਗੀ 'ਚ, ਉਹਨੂੰ ਦੂਰ ਭਜਾਉਣ ਦਾ ਇਸ ਤੋਂ ਵਧੀਆ ਤੌਰ ਤਰੀਕਾ ਕੋਈ ਨਹੀਂ। ਸਵੇਰੇ ਕੰਘਾ ਕਰਨਾ, ਸ਼ਾਮ ਨੂੰ ਫਿਰ ਕੰਘਾ ਕਰਨਾ, ਤਰੋ ਤਾਜ਼ਾ ਹੋ ਜਾਂਦੇ ਕੰਘਾ ਕਰਕੇ। ਤੋ ਇਹ ਕੰਘਾ ਜਿਹੜਾ ਸਰੀਰ ਦੀ ਸਫਾਈ ਵਾਸਤੇ, ਕਿਰਪਾਨ ਜਿਹੜੀ ਹੈ ਇਹ ਸੈਲਫ ਡਿਫੈਂਸ ਵਾਸਤੇ। ਇਹ ਕੋਈ ਅਸੀਂ ਅੱਜ ਕੱਲ ਵੈਸੇ ਨਾ ਜਦੋਂ ਪ੍ਰਦੇਸ਼ ਵਿੱਚ ਵੀ ਗਏ ਤੇ ਕਹਿੰਦੇ ਸਾਡੇ ਧਰਮ ਦਾ ਧਾਰਮਿਕ ਚਿੰਨ੍ਹ ਹੈ, ਇਹ ਚਿੰਨ੍ਹ ਨਹੀਂ ਹੈ, ਇਹ ਡਿਫੈਂਸ ਵਾਸਤੇ ਹੈ, ਰੱਖਿਆ ਵਾਸਤੇ ਹੈ। ਕਿਰਪਾਨ ਨੂੰ ਤਿਆਰ ਰੱਖਣਾ ਚਾਹੀਦਾ। ਤੁਸੀਂ ਕਦੀ ਫੌਜੀ ਵੇਖੋ, ਪੁਲਿਸ ਵਾਲੇ ਵੇਖੋ, ਉਹਨਾਂ ਦੇ ਜਿਹੜੇ ਸ਼ਸਤਰ ਹੋਣਗੇ, ਬੰਦੂਕਾਂ ਹੋਣਗੀਆਂ, ਜੋ ਵੀ ਉਹਨਾਂ ਕੋਲ ਹਥਿਆਰ ਹੋਏਗਾ, ਪਿਸਤੌਲ ਹੋਣਗੇ, ਜੋ ਵੀ ਕੁਛ ਹੋਏਗਾ, ਉਹਨਾਂ ਸਾਰਿਆਂ ਨੂੰ ਹਰ ਵੇਲੇ ਉਹ ਸੰਭਾਲ ਕੇ ਰੱਖਦੇ ਨੇ। ਸ਼ਸਤਰ ਦਾ ਵਿਸਾਹ ਨਹੀਂ ਕਰਦੇ। ਸ਼ਸਤਰ ਜਿਹੜਾ ਹੈ ਇਹ ਬੜਾ ਮਤਲਬੀ ਹੈ। ਕਈ ਵਾਰੀ ਅੱਜ ਕੱਲ ਦੇ ਬੱਚੇ ਜਿਹੜੇ ਨਾ, ਉਹ ਕਹਿੰਦੇ ਚੱਲ ਕੰਘਾ ਫਿਰ ਕੇ ਸਿਰ 'ਚ ਨਹੀਂ ਰੱਖਿਆ, ਜੇਬ 'ਚ ਪਾ ਲਓ, ਗਵਾਚ ਜਾਏਗਾ, ਲੱਭਦੇ ਫਿਰੋਂਗੇ। ਤੇ ਜਾਂ ਕੰਘਾ ਜਿਹੜਾ ਉਹ ਨਾ, ਕਈ ਵਾਰੀ ਇਹ ਵੀ ਦੇਖਿਆ ਤੁਸੀਂ, ਬਾਣੇ ਦੀ ਗੱਲ ਆਈ ਨਾ ਹੁਣ, ਤੇ ਵੀ ਮੈਂ ਦੱਸਾਂ, ਕਈਆਂ ਨੇ ਪਹਿਲਾਂ ਇੰਨਾ ਨਿੱਕੀ ਦੀ ਕਿਰਪਾਨ ਐਡਾ ਕੰਘਾ ਲੈ ਕੇ ਜੀ ਗਲ 'ਚ ਆਇਆ ਹੁੰਦਾ, ਉਹ ਹੁਣ ਐਡਾ ਕੰਘਾ ਸਿਰ ਵਾਧੇਗਾ ਤੇ ਇੰਨੀ ਕੁ ਕਿਰਪਾਨ ਤੁਹਾਡਾ ਕੀ ਸਵਾਰੇਗੀ ਜੇ ਤੁਹਾਨੂੰ ਲੋੜ ਪੈ ਜਾਂਦੀ ਹੈ। ਉਹਨੇ ਦੇ ਕਿਰਪਾਨ ਨੇ ਕਿਸੇ ਦੇ ਖਾਜ ਵੀ ਨਹੀਂ ਕਰਨੀ, ਤੇ ਉਹਨੇ ਕਿਸੇ ਤੁਹਾਡੀ ਡਿਫੈਂਸ ਕੀ ਉਹਨੇ ਕਰਨੀ ਹੈ। ਗੁਰੂ ਸਾਹਿਬਾਨ ਜੀ ਨੇ ਜਿਹੜਾ ਕਿਹਾ ਵੀ ਤੁਹਾਡਾ ਸ਼ਸਤਰ ਤਿਆਰ ਹੋਵੇ, ਹਰ ਵੇਲੇ ਵਰਤੋਂ ਯੋਗ ਹੋਵੇ। ਇਹ ਨਾ ਹੋਵੇ ਕਿ ਤੁਹਾਨੂੰ ਲੋੜ ਪਈ ਤੇ ਤੁਸੀਂ ਹੁਣ ਵੇਖੋ ਕਿ ਮੈਂ ਕਿੱਧਰ ਨੂੰ ਜਾਵਾਂ। ਤੋ ਸ਼ਸਤਰ ਮੈਂ ਕਹਿਣ ਲੱਗਾ ਤੁਹਾਨੂੰ ਬੜਾ ਮਤਲਬ ਹੀ ਹੁੰਦਾ, ਇਹ ਮੇਰੇ ਕੋਲੇ ਤੇ ਮੇਰਾ ਹੈ, ਜੇ ਇਹੋ ਹੀ ਮੇਰਾ ਸ਼ਸਤਰ ਕਿਸੇ ਨੇ ਫੜ ਲਿਆ ਤੇ ਉਹਦਾ ਹੈ। ਇਹ ਨਹੀਂ ਵੀ ਮੇਰੀ ਕਿਰਪਾਨ ਮੇਰੇ ਵੱਜਣੀ ਨਹੀਂ ਹੈਗੀ, ਵੱਜੇਗੀ ਫਿਰ। ਇਸ ਤੁਸੀਂ ਵੇਖੋ ਪੁਲਿਸ ਵਾਲੇ ਨੇ ਜਾਂ ਜਿਹੜੇ ਫੌਜ ਵਾਲੇ ਨੇ, ਉਹ ਆਪਣਾ ਸ਼ਸਤਰ ਆਪਣੇ ਸਾਥੀ ਨੂੰ ਵੀ ਨਹੀਂ ਦਿੰਦੇ, ਦੁਸ਼ਮਣ ਦੇ ਹੱਥ ਦੇਣਾ ਦੂਰ ਦੀ ਗੱਲ।
ਇਸੇ ਕਰਕੇ ਕਿਰਪਾਨ ਨੂੰ ਅਸੀਂ ਹਰ ਵੇਲੇ ਨਾਲ ਰੱਖਣਾ ਕਿ ਪਤਾ ਨਹੀਂ ਰਾਤ ਨੂੰ ਸੁੱਤਿਆਂ ਪਿਆ, ਗਲੀ ਦੇ ਬਾਜ਼ਾਰ ਦੇ ਵਿੱਚ ਜਾਂਦਿਆਂ, ਰਾਹ ਪੈਣ ਦੇ ਵਿੱਚ ਜਾਂਦਿਆਂ ਇਸ ਕਿਰਪਾਨ ਦੀ, ਇਸ ਸ਼ਸਤਰ ਦੀ ਲੋੜ ਪਤਾ ਨਹੀਂ ਕਦੋਂ ਪੈ ਜਾਵੇ। ਇਹ ਨਹੀਂ ਕਹਿ ਸਕਦੇ ਵੀ ਮੈਂ 40 ਸਾਲ ਦਾ ਹੋ ਗਿਆ ਅੱਜ ਤੱਕ ਮੈਨੂੰ ਨਹੀਂ ਪਈ, ਗਾਂ ਕੀ ਪੈਣੀ ਪਤਾ ਨਹੀਂ ਹੈ, ਖਰੇ ਦਰਵਾਜ਼ਾ ਨਿਕਲਦੇ ਹੀ ਬਾਹਰ ਲੋੜ ਪੈ ਜੇ। ਤੋ ਸ਼ਸਤਰ ਨੂੰ, ਕਿਰਪਾਨ ਨੂੰ ਹਰ ਵੇਲੇ ਨਾਲ ਰੱਖਣਾ ਤੇ ਤਿਆਰ ਬਰ ਤਿਆਰ ਰੱਖਣਾ, ਲੁਕੋ ਕੇ ਨਹੀਂ ਰੱਖਣਾ, ਉੱਪਰੋਂ ਦੀ ਪਾ ਕੇ ਰੱਖਣਾ। ਕਈ ਜਿਹੜੇ ਨੌਕਰੀ ਪੇਸ਼ਾ ਹੈਗੇ ਨੇ ਨਾ ਸਿੱਖ, ਉਹ ਨੌਕਰੀ ਪੇਸ਼ਾ ਪੈਂਟ ਦੇ ਥੱਲਿਓਂ ਦੀ ਮਾੜੀ ਜਿਹੀ ਕਿਰਪਾਨ ਪਾ ਲੈਣਗੇ। ਤੁਸੀਂ ਬਾਜ਼ਾਰ 'ਚ ਜਾਂਦੇ ਵੇਖਿਆ ਹੋਣਾ ਹੈ ਨਾ, ਦੁਕਾਨਾਂ ਦੇ ਉੱਤੇ ਚਾਹੇ ਦਮਾ ਸਾਹਿਬ ਜਾਂ ਅੰਮ੍ਰਿਤਸਰ ਸਾਹਿਬ ਜਾਂ ਅਨੰਦਪੁਰ ਸਾਹਿਬ, ਉਹ ਜਿਹੜੀਆਂ ਕਿਰਪਾਨਾਂ ਹੋਣਗੀਆਂ ਨਿੱਕੀਆਂ ਨਿੱਕੀਆਂ ਜੀਆਂ, ਜਾਂ ਕਈ ਜਿਹੜੇ ਸੰਪਰਦਾਵਾਂ ਵਾਲੇ ਐਸੇ ਨੇ ਜਿਨ੍ਹਾਂ ਨੇ ਮਿਆਨ ਤੋਂ ਬਿਨਾਂ ਡੋਰੀ ਜੀ ਵਾਲੀਆਂ ਕਿਰਪਾਨਾਂ ਪਾਈਆਂ। ਉਹ ਕਿਰਪਾਨ ਦਾ ਮਤਲਬ ਨਹੀਂ ਮਹਾਰਾਜ ਕਹਿੰਦੇ ਨਾ, ਕਿਰਪਾਨ ਨੂੰ ਧਾਰ ਲੱਗੀ ਹੋਈ ਹੋਵੇ, ਹਰ ਵੇਲੇ ਤਿੱਖੀ ਧਾਰ ਹੋਵੇ ਤੇ ਨਾਲੇ ਉਹ ਮਿਆਨ 'ਚ ਪਈ ਹੋਵੇ। ਮਿਆਨ 'ਚ ਤਿੱਖੀ ਧਾਰ ਹੋਵੇਗੀ ਤੇ ਮਿਆਨ 'ਚ ਪਾਉਣੀ ਪੈਣੀ ਤੁਹਾਡੇ ਵਾਜੇਗੀ। ਤਾਂ ਇਹ ਜਿਹੜਾ ਬਾਣਾ ਦਿੱਤਾ ਇਹ ਸਾਡੀ ਆਤਮ ਵੀ ਰੱਖਿਆ ਕਰਦਾ, ਸਾਡੇ ਸਰੀਰ ਦੀ ਸਫਾਈ ਕਰਦਾ। ਕੰਘਾ ਕੜਾ ਜਿਹੜਾ ਸਾਨੂੰ ਦੱਸਦਾ ਕਿ ਭਰਮਾਂ ਦਾ ਨਾਸ਼ ਕਰਨਾ ਹੈ ਤੇ ਚੰਗਾ ਕਰਮ ਕਰਨਾ ਹੈ। ਇਸੇ ਤਰ੍ਹਾਂ ਜਿਹੜਾ ਕਛਹਿਰਾ ਮਹਾਰਾਜ ਦਿੱਤਾ ਜੱਟ ਦਾ ਕਿ ਹਾਈ ਕਰੈਕਟਰ ਦਾ, ਚੰਗੇ ਚਰਿੱਤਰਵਾਨ ਹੋਣ ਦੀ ਨਿਸ਼ਾਨੀ ਹੈ। ਚੰਗੇ ਚਰਿੱਤਰਵਾਨ ਹੋਣਾ ਗੁਰੂ ਸਾਹਿਬਾਨ ਜੀ ਨੇ ਇਹ ਕਿਹਾ। ਉਹ ਤੋਂ ਅੰਗਰੇਜ਼ੀ ਦੀ ਗੱਲ ਤੁਸੀਂ ਸਾਰੇ ਪੜ੍ਹੇ ਲਿਖੇ ਹੋ, ਅੰਗਰੇਜ਼ੀ ਦੀ ਕਹਾਵਤ ਤੁਸੀਂ ਸੁਣੀ ਹੋਈ ਹੈ, ਕਹਿੰਦੇ ਵੀ ਇਫ ਹੈਲਥ ਇਜ਼ ਗੋਨ ਸਮਥਿੰਗ ਇਜ਼ ਗੋਨ, ਇਸ ਨਥਿੰਗ ਇਜ਼ ਗੋਨ। ਤੇ ਇਫ ਹੈਲਥ ਸਮਥਿੰਗ ਇਜ਼ ਗੋਨ, ਬਟ ਇਫ ਕਰੈਕਟਰ ਇਜ਼ ਗੋਨ ਐਵਰੀਥਿੰਗ ਇਜ਼ ਗੋਨ। ਜੇ ਤੁਹਾਡਾ ਚਰਿੱਤਰ ਚਲਾ ਗਿਆ ਤੇ ਫਿਰ ਕੁਛ ਨਹੀਂ ਬਚਿਆ। ਪੈਸਾ ਚਲਾ ਗਿਆ ਕੁਛ ਨਹੀਂ ਗਿਆ, ਸਰੀਰ ਚੋਂ ਕੋਈ ਕਮੀ ਆ ਗਈ ਤੇ ਮਾੜਾ ਮੋਟਾ ਚਲਾ ਗਿਆ ਲੇਕਿਨ ਵਾਪਸ ਆ ਜਾਏਗਾ। ਚਰਿੱਤਰ ਚਲ ਜਾਏ ਤੇ ਕੁਛ ਨਹੀਂ ਹੁੰਦਾ। ਤੋ ਚਰਿੱਤਰ ਦੇ ਕਰਕੇ, ਕਰੈਕਟਰ ਦੇ ਕਰਕੇ ਹਾਈ ਰਹਿਣਾ, ਇਹ ਕਛਹਿਰਾ ਜਿਹੜਾ ਸਾਨੂੰ ਸਮਝਾਉਂਦਾ ਹੈ, ਇਹ ਦੱਸਦਾ, ਇਹ ਸੁਣਿਆ ਦਿੰਦਾ। ਤੋ ਜੱਟ ਸੱਤ ਦਾ ਹਾਈ ਕਰੈਕਟਰ ਦਾ ਇਹ ਪ੍ਰਤੀਕ ਹੈ। ਤੋ ਜਿਹੜੀ ਵੀ ਸਾਨੂੰ ਸ਼ੈ ਮਹਾਰਾਜ ਨੇ 5 ਕਕਾਰੀ ਰਹਿ ਦਿੱਤੀ, ਇਹ ਗੁਰੂ ਵੱਲ ਹੋਣ ਦੀ, ਜਿਵੇਂ ਮੈਂ ਬਿਲਕੁਲ ਉਸੇ ਤਰ੍ਹਾਂ ਜਿਵੇਂ ਸਿਪਾਹੀਆਂ ਫੌਜੀਆਂ ਦੀ ਵਰਦੀ ਪਾਉਣੀ ਲਾਜ਼ਮੀ, ਜਿਵੇਂ ਸਕੂਲ ਦੇ ਬੱਚਿਆਂ ਵਾਸਤੇ ਆਪਣੇ ਸਕੂਲ ਦੀ ਯੂਨੀਫਾਰਮ ਪਾਉਣੀ ਲਾਜ਼ਮੀ, ਜਿਵੇਂ ਇੱਕ ਸੁਹਾਗਵਤੀ ਬਸਤੀ ਵਾਸਤੇ ਉਹ ਆਪਣੀ ਪਤੀਵਰਤਾ ਹੋਣ ਦੀ ਨਿਸ਼ਾਨੀ ਉਹ ਲਾਉਣੀ ਲਾਜ਼ਮੀ ਹੈ। ਇਸੇ ਤਰ੍ਹਾਂ ਸਾਨੂੰ ਇਹ ਪ੍ਰੇਮ ਦਾ ਰੰਗ ਚੜ੍ਹਨਾ ਚਾਹੀਦਾ ਹੈ, ਅੰਦਰ ਦਾ ਰੰਗ, ਬਾਹਰ ਸਰੀਰ ਉੱਤੇ ਗੁਰੂ ਦੇ ਪਿਆਰ ਦਾ ਰੰਗ। ਇਹ 5 ਕਕਾਰੀ ਰਹਿ ਤੋਂ ਸਾਡੇ ਸਨਮੁਖ ਆਉਣਾ ਚਾਹੀਦਾ ਹੈ। ਬਾਣੀ ਤੇ ਜਿਹੜਾ ਬਾਣਾ ਹੈ, ਸਾਨੂੰ ਹਰ ਵੇਲੇ ਗੁਰੂ ਨਾਲ ਕਲਾ ਬਾਣਾ ਵੀ ਖਾਲੀ ਕੁਛ ਨਹੀਂ, ਬਾਣੀ ਦੇ ਨਾਲ ਨਾਲ ਬਾਣੇ ਦੀ ਲੋੜ ਹੈ, ਬਾਣੀ ਦੇ ਨਾਲ ਨਾਲ ਬਾਣੀ ਦੇ ਧਾਰਨੀ ਹੋ ਕੇ ਚੱਲਣਾ ਹੈ। ਬਾਣੀ ਸਾਨੂੰ ਕਹਿੰਦੀ ਕਿ ਤੂੰ ਬਾਣਾ ਧਾਰਨ ਕਰ, ਗੁਰੂ ਦਾ ਪਿਆਰ ਲੋਕ ਨੂੰ ਦਿਖਾਵੇ, ਨੂੰ ਦੱਸਣਾ ਪਵੇ ਬੋਲ ਕੇ ਤੂੰ ਕਿਹੜੇ ਗੁਰੂ ਸਾਹਿਬਾਨ ਦਾ ਸਿੱਖ ਹੈ, ਕਿਹੜੇ ਗੁਰੂ ਸਾਹਿਬਾਨ ਜੀ ਦੇ ਖਾਲਸੇ ਦਾ ਸਜਿਆ ਹੋਇਆ ਤੂੰ ਗੁਰੂ ਗੋਬਿੰਦ ਸਿੰਘ ਦਾ ਦੱਸਣਾ ਪਵੇ, ਤੇਰਾ ਬਾਣਾ ਦੱਸ ਦੇਗਾ। ਤੇ ਇਹ ਤੇਰੇ ਬਾਣੇ ਨੇ ਤੈਨੂੰ ਇਹ ਯਾਦ ਕਰਾਉਣਾ ਹੈ ਬਈ ਤੂੰ ਗੁਰੂ ਦਾ ਸਿੱਖ ਹੈ, ਖਾਲਸਾ ਹੈ, ਬਾਣੀ ਦੇ ਨਾਲ ਜੁੜ ਕੇ ਰਹਿ, ਇਸ ਬਾਣੇ ਦੀ ਜ਼ਿੰਮੇਵਾਰੀ ਨੂੰ ਨਿਭਾ, ਇਸ ਬਾਣੀ ਦੇ ਰਾਜ ਨੂੰ ਤੇ ਰਹੱਸ ਨੂੰ ਜਾਣ। ਤੋ ਗੁਰਬਾਣੀ ਨੂੰ, ਬਾਣੀ ਨੂੰ ਤੇ ਬਾਣੇ ਨੂੰ ਕਦੀ ਵੀ ਜ਼ਿੰਦਗੀ ਤੋਂ ਦੂਰ ਨਹੀਂ ਕਰਨਾ, ਅਸੀਂ ਆਪ ਸਿੱਖਣਾ ਹੈ। ਤੁਸੀਂ ਸਾਰੇ ਹੀ ਬੱਚੇ, ਕਿੰਨੀ ਗਿਣਤੀ ਵਿੱਚ ਤੁਸੀਂ ਜੁੜੋ, ਆਪ ਤੇ ਤੁਸੀਂ ਜੁੜੇ ਹੋ, ਹੋਰ ਜਿਹੜੇ ਤੁਹਾਡੇ ਸਕੂਲ ਦੇ ਵਿੱਚ, ਗਲੀ ਗੁਆਂਢ ਵਿੱਚ ਦੋਸਤ ਨੇ, ਜਾਂ ਤੁਹਾਡੇ ਰਿਸ਼ਤੇਦਾਰਾਂ ਵਿੱਚ ਤੁਹਾਡੇ ਹਾਣ ਦੇ ਬੱਚੇ ਨੇ, ਇਹ ਗੱਲ ਉਹਨਾਂ ਨੂੰ ਵੀ ਸਿਖਾਉਣੀ ਹੈ। ਜਿਵੇਂ ਤੁਸੀਂ ਆਪ ਲੱਗੇ ਹੋ ਬਾਣੀ ਨਾਲ, ਉਵੇਂ ਉਹਨਾਂ ਨੂੰ ਜੋੜਨਾ ਹੈ। ਜਿੰਨੀ ਵੀ ਟੀਮ ਹੈ, ਇਹ ਸਾਰੀ ਟੀਮ ਨੂੰ ਹੀ ਬਹੁਤ ਵਧਾਈ ਹੈ ਤੇ ਬਹੁਤ ਬਹੁਤ ਧੰਨਵਾਦ ਹੈ। ਸਾਰੇ ਬੱਚੇ ਤੁਸੀਂ ਇਸੇ ਤਰ੍ਹਾਂ ਬਾਣੀ ਨਾਲ ਜੁੜੇ ਰਹਿਣਾ, ਦੀਆਂ ਗੁਰਮਰਿਆਦੀਆਂ ਗੁਰਧਾਰ ਦੀਆਂ ਗੱਲਾਂ ਨੂੰ ਸੁਣ ਕੇ ਰੋਜ਼ ਰੋਜ਼ ਤੁਸਾਂ ਨੇ ਕਮਾਉਣਾ ਹੈ। ਤੇ ਹੁਣ ਮੈਂ 10 ਮਿੰਟ ਰਹਿ ਗਏ ਨੇ, ਮੇਰੇ ਵੱਲੋਂ ਸਲਾਹ ਹੈ ਤੇ ਬੱਚੇ ਨੇ ਜਿਹੜੇ ਵੀਰ ਭਰਾ ਕੋਈ ਇਹਦੇ ਸੰਬੰਧਿਤ ਸਵਾਲ ਜਾਂ ਕੋਈ ਦੱਸਣਾ ਪੁੱਛਣਾ ਤੇ ਉਹ ਇੰਨਾ ਸਮਝ ਲੈਂਦਾ। ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਵੀਰ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇੰਨੇ ਸੰਖੇਪ ਦੇ ਵਿੱਚ ਬਹੁਤ ਸੋਹਣੀਆਂ ਗੱਲਾਂ ਬਹੁਤ ਬੜੇ ਪਿਆਰ ਦੇ ਨਾਲ ਸਮਝਾਉਣੀਆਂ ਕੀਤੀਆਂ ਨੇ ਕਿ ਜਿਵੇਂ ਬਾਣੀ ਨਾ ਹੁੰਦੀ ਤਾਂ ਮਨੁੱਖਤਾ ਭਟਕ ਜਾਂਦੀ। ਜੇ ਸਿੱਖਾਂ ਦੇ ਸਿੱਧਾਂ ਦੇ ਨਾਲ ਗੁਰੂ ਸਾਹਿਬ ਨੇ ਬਾਣੀ, ਗੁਰੂ ਗੁਰੂ ਹੈ ਬਾਣੀ, ਸ਼ਬਦ ਗੁਰੂ ਸੁਰਤ ਤੋਂ ਚੇਲਾ,
ਤੇ ਨਾਲ ਦੀ ਨਾਲ ਹਵਾ ਦਾ ਸ਼ਬਦ ਦੇ ਪ੍ਰਸਾਰ ਦੇ ਲਈ ਕੀ ਮਹੱਤਵ ਹੈ। ਸੋ ਬਹੁਤ ਸੋਹਣੀਆਂ ਗੱਲਾਂ ਜਿਹੜੀਆਂ ਸਾਨੂੰ ਸਮਝਾਉਣੀਆਂ ਕੀਤੀਆਂ। ਗੁਰੂ ਸਾਹਿਬ ਨੇ ਬਚਨ ਕੀਤੇ ਆ ਵੀ ਜੇ ਸਾਡੇ ਨਾਲ ਗੱਲਾਂ ਕਰਨੀਆਂ ਤੇ ਬਾਣੀ ਪਿਆਰ ਦੇ ਨਾਲ ਪੜ੍ਹੀਏ, ਜੇ ਸਾਡੇ ਦਰਸ਼ਨ ਕਰਨੇ ਆ ਤੇ ਬਾਣੇ ਵਾਲੇ ਗੁਰਸਿੱਖਾਂ ਦੇ ਦਰਸ਼ਨ ਕਰੀਏ। ਬੜੇ ਪਿਆਰ ਦੇ ਨਾਲ ਸਮਝਾਉਣਾ ਕੀਤਾ। ਮੈਨੂੰ ਲੱਗਦਾ, ਉਮੀਦ ਹੈ ਕਿ ਬੱਚਿਆਂ ਨੂੰ ਵੀ ਬੜਾ ਵਧੀਆ ਪਸੰਦ ਆਇਆ ਹੋਵੇਗਾ, ਸਭ ਕੁਝ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਸੋ ਜੇ ਕਿਸੇ ਬੱਚੇ ਦਾ ਇਸ ਨਾਲ ਰਿਲੇਟਡ ਕੋਈ ਸਵਾਲ ਹੈ ਤਾਂ ਉਹ ਆਪਣੇ ਹੈਂਡ ਰੇਜ਼ ਕਰ ਸਕਦੇ ਨੇ ਜੀ। ਤੇ ਵੀਰ ਜੀ ਨੂੰ ਬੇਨਤੀ ਹੈ ਕਿ ਜਿਹੜੇ ਬੱਚੇ ਸਵਾਲ ਕਰਨਗੇ ਉਹਨਾਂ ਦਾ ਜਵਾਬ ਵੀਰ ਜੀ ਦੇਣਗੇ ਜੀ, ਹਾਜ਼ਰ ਰਹਿਣਗੇ। EPP 13811 ਜੀ, ਗਗਨਦੀਪ 13811 ਜੀ। ਹਾਂਜੀ ਬੇਟਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ audible? ਹਾਂਜੀ ਹਾਂਜੀ am audible ਮੈਮ? ਹਾਂਜੀ ਹਾਂਜੀ ਬੇਟਾ ਬੋਲੋ। ਪਹਿਲਾਂ ਤੇ ਮੈਂ ਸਦਾ ਕਿਉਂ ਕਰਨਾ ਚਾਹੁੰਦੀ ਹਾਂ ਕਿ ਜਿਹਨੇ ਸਾਨੂੰ ਬਾਣੀ ਤੇ ਬੜੀ ਇੰਪੋਰਟੈਂਸ ਦੱਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਵਿੱਚ ਕਈ ਬਚਨ ਕੀਤੇ ਤੇ ਉਹਨਾਂ 'ਚ ਇੱਕ ਬਚਨ ਇਹ ਹੈ ਕਿ ਗੁਰੂ ਜੀ ਨੇ ਕਿਹਾ ਕਿ ਤੁਸੀਂ ਬਾਣੀ ਵਿੱਚੋਂ ਤੇ ਸਿੱਖ ਵਿੱਚੋਂ ਮੇਰੇ ਦਰਸ਼ਨ ਕਰ ਸਕਦੇ ਹੋ ਜਿੰਨਾ ਮੇਰੇ ਦਿਲ ਦੀ ਚਾਹ ਹੁੰਦੀ ਹੈ। ਗੁਰੂ ਜੀ ਨੇ ਜੰਗਾਂ ਦੀ ਬੜੀ ਇੰਪੋਰਟੈਂਸ ਦਿੱਤੀ ਹੈ। ਬਾਈ ਚਾਂਸ ਜੇ ਤੁਹਾਨੂੰ ਸਿੱਖ ਤੁਹਾਡੇ ਆਸੇ ਪਾਸੇ ਨਹੀਂ ਲੱਭਦਾ ਤਿਆਰ ਤੇ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖ ਕੇ ਤੁਸੀਂ ਮੇਰੇ ਦਰਸ਼ਨ ਕਰ ਸਕਦੇ ਹੋ। ਤਾਂ ਸਾਨੂੰ ਬਾਣੀ ਤੇ ਬਾਣੀ ਇੰਪੋਰਟੈਂਸ ਜਿਹੜੀ ਸਮਝਣੀ ਚਾਹੀਦੀ ਹੈ। ਬਾਣੀ ਤੇ ਬਾਣਾ ਜੀਵਨ ਦੀ ਕਹਾਣੀ ਹੈ ਤੇ ਸਾਨੂੰ ਇਹ ਸਮਝ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਹਾਂਜੀ ਅੱਗੇ ਹੈਂਡ ਰੇਜ਼ ਹੈ ਜੀ 10431 ਜੀ, 10431 EPP ਨੰਬਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਵੀ ਸਾਡੇ ਜੀਵਨ ਵਿੱਚ ਕੋਈ ਉਲਝਣ ਆਵੇ ਜਾਂ ਸਾਨੂੰ ਕੁਝ ਸਮਝ ਨਾ ਆਵੇ ਤਾਂ ਸਾਨੂੰ ਗੁਰਬਾਣੀ ਨੂੰ ਪੜ੍ਹ ਕੇ ਫਿਰ ਹੁਕਮਨਾਮਾ ਸਾਹਿਬ ਲੈਣਾ ਚਾਹੀਦਾ ਹੈ। ਤਾਂ ਜਿਹੜੀ ਸਾਡੀ ਉਲਝਣ ਹੁੰਦੀ ਆ ਸਾਨੂੰ ਉਸ ਦਾ ਉੱਤਰ ਜ਼ਰੂਰ ਮਿਲਦਾ ਹੈ। ਤੇ ਸਾਨੂੰ ਬਾਕੀ ਕੁਝ ਛੱਡ ਕੇ ਹੁਕਮਨਾਮਾ ਲੈਣਾ ਚਾਹੀਦਾ ਹੈ। ਉਸ ਦੇ ਵਿੱਚ ਸਾਡੀ ਉਲਝਣ ਜ਼ਰੂਰ ਸੋਲਵ ਹੋ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ। ਬੇਟਾ ਜੀ ਕਿਸੇ ਦੇ ਮਨ 'ਚ ਸਵਾਲ ਹੈ ਤੇ ਸਵਾਲ ਕਰੋ। ਹਾਂਜੀ ਬੇਟਾ 15936 EPP ਨੰਬਰ। ਮੈਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਇੰਨਾ ਹੀ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਬਾਣੀ ਦੇ ਅਰਥ ਆ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਹੀ ਸਮਝ ਲਿਆ ਕਿ ਕੋਈ ਖਾਸ ਕਿਸਮ ਦਾ ਪਹਿਰਾਵਾ ਪਹਿਨਣ ਵਾਲਾ ਅਸੀਂ ਅਸਲ ਸਿੱਖ ਹੈ। ਇਸ ਦਾ ਮਤਲਬ ਇਹ ਹੈ ਕਿ ਇੰਝ ਅਸੀਂ ਬਾਹਰਲੇ ਪਹਿਰਾਵੇ ਨੂੰ ਬਾਣਾ ਸਮਝਿਆ ਹੋਇਆ ਹੈ। ਬਾਹਰਲਾ ਪਹਿਰਾਵਾ ਤਾਂ ਢਕਣ ਲਈ ਹੈ ਤੇ ਸਾਨੂੰ ਬਾਣੀ ਪੜ੍ਹਨੀ ਚਾਹੀਦੀ ਹੈ ਜੋ ਕਿ ਸਾਡੇ ਸਾਡੇ ਅੰਦਰੋਂ ਹੰਕਾਰ ਨੂੰ ਦੂਰ ਕਰਦੀ ਹੈ ਤੇ ਸਾਡੇ ਮਨ ਵਿੱਚ ਨਿਮਰਤਾ, ਬਾਣੀ ਪੜ੍ਹਨਾ ਸਾਡੇ ਮਨ ਵਿੱਚ ਨਿਮਰਤਾ ਆਉਂਦੀ ਹੈ। ਜੇ ਖੇਤ ਵਿੱਚ ਕੁਝ ਵੀ ਨਾ ਬੀਜਿਆ ਹੋਵੇ ਤੇ ਉਸ ਤੇ ਬਾਹਰ ਵਾੜ ਕੀਤੀ ਹੋਵੇ ਤਾਂ ਕਿ ਉਸ ਵਾੜ ਦਾ ਕੋਈ ਲਾਭ ਹੈ। ਇਸ ਤਰ੍ਹਾਂ ਜੇ ਸਾਡੇ ਜੀਵਨ ਵਿੱਚ ਗੁਰਬਾਣੀ ਸਿਧਾਂਤ ਨਹੀਂ ਤਾਂ ਕਿ ਬਾਣਾ ਪਾਉਣਾ, ਸਿੱਖੀ ਦਾ ਪਹਿਰਾਵਾ ਪਾਉਣਾ ਸਾਡੇ ਲਈ ਕੋਈ ਫਾਇਦਾ ਨਹੀਂ ਹੈ। ਇਸ ਲਈ ਸਾਨੂੰ ਬਾਣੀ ਨੂੰ ਪੜ੍ਹਨਾ ਚਾਹੀਦਾ ਹੈ, ਉਸ ਨੂੰ ਸਮਝਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ। ਬੇਟੀ ਨੇ ਬੜਾ ਵਧੀਆ ਤਰੀਕੇ ਦੇ ਨਾਲ ਦੱਸਣਾ ਕੀਤਾ ਕਿ ਸੱਚਮੁੱਚ ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਪਹਿਲਾਂ 9 ਜਾਮਿਆਂ ਦੇ ਵਿੱਚ ਬਾਣੀ ਬਖਸ਼ੀ ਹੈ, ਬਾਣੀ ਦ੍ਰਿੜ ਕਰਵਾਈ ਹੈ। 10ਵੇਂ ਜਾਮੇ ਦੇ ਵਿੱਚ ਬਾਣਾ ਬਖਸ਼ਿਆ ਹੈ। ਸੋ ਅਸੀਂ ਬਾਣੀ ਦੇ ਪਹਿਲਾਂ ਵੀਰ ਜੀ ਨੇ ਵੀ ਹੁਣੇ ਆਪਾਂ ਨੂੰ ਸਮਝਾਉਣਾ ਕੀਤਾ ਨਾ, ਬਾਣੀ ਸਾਡਾ ਆਧਾਰ ਹੈ। ਜਨਮ ਤੋਂ ਲੈ ਕੇ ਮੌਤ ਤੱਕ, ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਬਾਣੀ ਨਾਲ ਜੁੜਨਾ ਹੈ। ਜਿਹੜਾ ਬਾਣੀ ਨਾਲ ਨਹੀਂ ਜੁੜਦਾ ਉਹ ਬਾਣਾ ਬਹੁਤੀ ਦੇਰ ਤੱਕ ਸਰੀਰ ਤੇ ਨਹੀਂ ਰਹਿੰਦਾ। ਸੋ ਹੁਣ ਅੱਗੇ ਆਪਾਂ ਬੱਚਾ ਲਵਾਂਗੇ ਜੀ 11711 EPP ਨੰਬਰ 11711 ਜੀ। ਬੇਟਾ ਹੈਡਫੋਨ ਲਾ ਕੇ ਬੋਲੋ ਜੀ। ਮੈਂ ਸਭ ਤੋਂ ਪਹਿਲਾਂ ਭੁਪਿੰਦਰ ਸਿੰਘ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਦੱਸਿਆ ਬਾਣੀ ਅਤੇ ਬਾਣੀ ਬਾਰੇ। ਤੇ ਜਿਵੇਂ ਜੀ ਗੁਰੂ ਜੀ ਨੇ ਵੀਰ ਜੀ ਨੇ ਸਾਨੂੰ ਦੱਸਿਆ ਕਿ ਸਾਨੂੰ ਗੁਰੂ ਜੀ ਵਿੱਚ ਭਰੋਸਾ ਰੱਖਣਾ ਚਾਹੀਦਾ, ਉਹਨਾਂ ਦੀ ਬਾਣੀ ਪੜ੍ਹਨੀ ਚਾਹੀਦੀ ਹੈ। ਜੇ ਅਸੀਂ ਬਾਣੀ ਨਾ ਪੜਾਂਗੇ
ਅਤੇ ਬਾਣੀ ਨਾਲ ਨਾ ਜੁੜ ਕੇ ਰਵਾਂਗੇ ਤਾਂ ਸਾਡੀ ਜ਼ਿੰਦਗੀ ਨਹੀਂ ਸਫਲ ਹੋ ਸਕਦੀ। ਇਸ ਲਈ ਸਾਨੂੰ ਬਾਣੀ ਅਤੇ ਬਾਣੀ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਰੋਜ਼ ਆਪਣਾ ਨਿਤਨੇਮ ਕਰਨਾ ਚਾਹੀਦਾ ਹੈ। ਤੇ ਮੈਂ ਬਾਣੀ ਵਿੱਚ ਕੁਝ ਡਰਾਇੰਗਸ ਬਣਾਈਆਂ ਜੀ। ਹਾਂਜੀ ਬੇਟਾ ਇਹ ਚੰਗੀ ਤਰ੍ਹਾਂ ਕਲੀਅਰ ਹਾਂ ਹੋ ਰਹੇ ਆ, ਥੋੜੀਆਂ ਕਕਾਰਾਂ ਦੀ ਬਣਾਈਏ ਜੀ। ਹਾਂਜੀ ਬਹੁਤ ਵਧੀਆ ਬੇਟਾ ਜੀ, ਏਦਾਂ ਸਾਡਾ ਪਿਆਰ ਪਊਗਾ ਤੇ ਅਸੀਂ ਜੁੜਦੇ ਹਾਂ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਬੇਟੀ ਨੇ ਬੜੇ ਪਿਆਰ ਦੇ ਨਾਲ ਡਰਾਇੰਗ ਕੀਤੀ ਹੈ 5 ਕਕਾਰਾਂ ਦੀ ਦਸਤਾਰ ਦੀ। ਤੇ ਹੁਣ ਅੱਗੇ ਆਪਾਂ ਲਵਾਂਗੇ ਜੀ 14188 EPP ਨੰਬਰ 14188 ਜੀ। EPP ਨੰਬਰ ਜੀ। ਹਾਂਜੀ ਅੱਗੇ ਬੱਚੇ ਨੇ ਨਾ ਆਪਣਾ EPP ਨੰਬਰ ਨਹੀਂ ਮੂਰੇ ਲਿਖਦੇ। ਮਨਦੀਪ ਕੌਰ EPP ਨੰਬਰ ਮਨਦੀਪ ਕੌਰ 10160 ਜੀ। ਵਾਹਿਗੁਰੂ ਜੀ ਕਾ ਹਾਂਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਮੈਮ ਪਹਿਲਾਂ ਮੈਂ ਸਰ ਦਾ ਬਹੁਤ ਬਹੁਤ ਥੈਂਕ ਕਰਨਾ ਚਾਹਾਂਗੀ ਕਿ ਸਰ ਨੇ ਸਾਨੂੰ ਇੰਨਾ ਵਧੀਆ ਦੱਸਿਆ ਹੈ ਬਾਣੀ ਔਰ ਬਾਣੀ ਦੇ ਨਾਲ ਨਾਲ ਸਾਨੂੰ ਬਾਣੀ ਵੀ ਸਾਨੂੰ ਆਪਣੇ ਮਨ ਵਿੱਚ ਵਸਾਉਣੀ ਚਾਹੀਦੀ ਹੈ। ਜਿਵੇਂ ਬਾਣੀ ਦੇ ਵਿੱਚ ਸਾਨੂੰ ਹਰ ਰੋਜ਼ ਨਿਤਨੇਮ ਕਰਨਾ ਚਾਹੀਦਾ ਹੈ, ਬਾਣੀ ਨਾਲ ਸਦਾ ਜੁੜੇ ਰਹਿਣਾ ਚਾਹੀਦਾ ਹੈ। ਤੇ ਬਾਣਾ ਸਾਡੇ ਸਿੱਖ ਧਰਮ ਦਾ ਬਾਣਾ ਇਹੀ ਹੈ ਕਿ ਸਾਡੇ ਕੇਸ ਅਕਾਲ ਪੁਰਖ ਦੀ ਬਖਸ਼ੀ ਹੋਈ ਦਾਤ ਹਨ, ਜੋ ਅਕਾਲ ਪੁਰਖ ਦੇ ਹੁਕਮ ਨੂੰ ਮੰਨਣ ਦੀ ਪ੍ਰੇਰਨਾ ਸਰੋਤ ਹਨ। ਕੰਘਾ ਕੇਸਾਂ ਦੀ ਸਫਾਈ ਲਈ ਹੈ ਤੇ ਕੜਾ ਸਾਨੂੰ ਅੰਧ ਵਿਸ਼ਵਾਸ ਕਰਨ ਤੋਂ ਰੋਕਦਾ ਹੈ। ਕਿਰਪਾਨ ਸਾਡੀ ਰੱਖਿਆ ਤੇ ਮਜ਼ਲੂਮਾਂ ਦੀ ਰਾਖੀ ਲਈ ਹੈ ਤੇ ਸ਼ੇਰਾ ਅਤੇ ਸੱਤ ਦੀ ਨਿਸ਼ਾਨੀ ਹੈ। ਤੇ ਮੈਂ ਅੱਜ ਪਹਿਲਾਂ ਇਸ ਕੈਂਪ ਦੇ ਵਿੱਚ ਪੜ੍ਹਨ ਕੀਤਾ ਸੀ ਕਿ ਮੈਂ ਦਸਤਾਰ ਸਜਾਵਾਂਗੀ ਤੇ ਮੈਂ ਹੁਣ ਦਸਤਾਰ ਸਜਾ ਲਈ ਹੈ। ਬਟ ਹੁਣ ਮੈਂ ਇਹ ਪੜ੍ਹਨ ਕਰਦੀ ਹਾਂ ਕਿ ਮੈਨੂੰ ਹੁਣ ਪਤਾ ਲੱਗ ਗਿਆ ਕਿ ਮੈਂ ਪੂਰੀ ਸਿੱਖ ਧਰਮ ਦੇ ਵਿੱਚ ਦਾਖਲ ਨਹੀਂ ਹਾਂ, ਕਿਉਂਕਿ ਸਿੱਖ ਧਰਮ ਵਿੱਚ ਦਾਖਲ ਹੋ ਸਕਦਾ ਹੈ ਜਿਸਦੇ ਕੋਲ ਪੂਰਾ ਬਾਣਾ ਹੋਵੇ। ਕਿਉਂਕਿ ਹੁਣ ਮੈਂ ਫਰਵਰੀ ਦੇ ਵਿੱਚ ਹੁਣ ਮੈਂ ਆਪਣਾ ਅੰਮ੍ਰਿਤ ਵੀ ਛਕਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਇਸੇ ਤਰ੍ਹਾਂ ਬਖਸ਼ਿਸ਼ ਬਣਾਈ ਰੱਖਣ ਜੀ। ਬੇਟੀ ਬਾਣੀ ਹੁਣ ਬਾਣਾ ਸਜਾ ਰਿਹਾ ਤੇ ਫਿਰ ਬਾਣੀ ਪੜ੍ਹਦੀ ਹੈ, ਸਹਿਜ ਪਾਠ ਕਰਦੀ ਹੈ, ਨਿਤਨੇਮ ਕਰਦੀ ਹੈ ਤੇ ਅੰਮ੍ਰਿਤ ਦੀ ਦਾਤ ਵੀ ਵਾਹਿਗੁਰੂ ਜੀ ਬਖਸ਼ਣਗੇ। ਸੋ 14181 ਆ ਗਏ ਜੀ। EPP ਨੰਬਰ 14181 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਜਿਹੜੇ ਬਾਣੀ ਹੈ ਬਾਣੀ ਹਰ ਰੋਜ਼ ਪੜ੍ਹਨੀ ਚਾਹੀਦੀ ਹੈ ਤੇ ਸਾਨੂੰ ਐਵੇਂ ਨਹੀਂ ਕਹਿਣਾ ਚਾਹੀਦਾ ਕਿ ਮਤਲਬ ਮੈਂ ਬਾਣੀ ਪੜ੍ਹਦੀ ਹਾਂ ਪਰ ਮੇਰੇ ਵਾਹਿਗੁਰੂ ਜੀ ਕੋਈ ਹੈਲਪ ਨਹੀਂ ਕਰਦੇ। ਕਈ ਵਾਰ ਹੁੰਦਾ ਹੈ ਕਿ ਵਾਹਿਗੁਰੂ ਜੀ ਸਾਡੀ ਪ੍ਰੀਖਿਆ ਵੀ ਹੁੰਦੇ ਹਨ ਤੇ ਸਾਨੂੰ ਉਸ ਪ੍ਰੀਖਿਆ ਵਿੱਚ ਪਾਸ ਹੋਣਾ ਚਾਹੀਦਾ ਹੈ। ਬਾਣੀ ਦਾ ਪੱਲਾ ਕਦੇ ਨਾ ਛੱਡੋ, ਹਮੇਸ਼ਾ ਸਹਿਜ ਪਾਠ ਕਰੋ, ਨਿਤਨੇਮ ਦੀ ਬਾਣੀ ਪੜ੍ਹੋ, ਰਹਿਰਾਸ ਪੜ੍ਹੋ, ਸੋਲਾ ਸਾਹਿਬ ਪੜ੍ਹੋ ਤੇ ਜਿਹੜਾ ਸਾਡਾ ਬਾਣਾ ਹੈ ਉਹ ਸਾਦਾ ਹੋਣਾ ਚਾਹੀਦਾ ਹੈ। ਬਹੁਤ ਹੀ ਵਧੀਆ ਤਰੀਕੇ ਨਾਲ ਸਾਨੂੰ ਸਰ ਜੀ ਨੇ ਦੱਸਿਆ। ਮੈਂ ਧੰਨਵਾਦ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਬੇਟੀ ਦਾ। ਅੱਗੇ ਹੁਣ ਆਪਾਂ ਲਾਸਟ ਹੈਂਡ ਰੇਜ਼ ਲਵਾਂਗੇ ਜੀ। ਖੁਸ਼ਪ੍ਰੀਤ ਕੌਰ ਲਾਸਟ ਹੈਂਡ ਰੇਜ਼ ਜੀ। ਬੇਟੀ ਖੁਸ਼ਪ੍ਰੀਤ ਕੌਰ ਜੀ। ਬਾਣੀ ਅਤੇ ਬਾਣਾ ਜੀ। ਕਿਸੇ ਨੇ ਕੁਐਸਚਨ ਪੁੱਛਿਆ ਜੀ ਕਿ ਅੱਜ ਦਾ ਟੌਪਿਕ ਕੀ ਸੀ? ਬਾਣੀ ਅਤੇ ਬਾਣਾ। ਹਾਂਜੀ ਬੇਟਾ ਹੈ ਜੀ, ਖੁਸ਼ਪ੍ਰੀਤ ਕੌਰ ਹੈ ਜੀ। ਹਾਂਜੀ ਲਾਸਟ ਤੇ ਫਿਰ ਆਪਾਂ ਵੀਰ ਭੁਪਿੰਦਰ ਸਿੰਘ ਜੀ ਦਾ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਸਾਰੀ ਪੂਰੀ ਟੀਮ ਵੱਲੋਂ ਅੰਕਲ ਜੀ ਭਾਈ ਜਸਵਿੰਦਰ ਸਿੰਘ ਜੀ ਖਾਲਸਾ ਇਹਨਾਂ ਵੱਲੋਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਇੱਕ ਸੱਦੇ ਤੇ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਬੱਚਿਆਂ ਦੇ ਲਈ ਸਾਡੇ ਲਈ ਇੰਨਾ ਟਾਈਮ ਕੱਢਿਆ ਜੀ।
ਵੀਰ ਭੁਪਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਆਪਣੀ ਅੱਜ ਇੱਥੇ ਹੀ ਸਮਾਪਤੀ ਹੈ ਜੀ। ਕੱਲ ਨੂੰ ਫਿਰ ਮਿਲਦੇ ਹਾਂ 4 ਵਜੇ। ਸਾਰੇ ਬੱਚਿਆਂ ਨੇ ਜਾਪ ਦੀ ਸੇਵਾ, ਕੀਰਤਨ ਦੀ ਸੇਵਾ ਤੇ ਜੋ ਸੇਵਾ ਲੈਣੀ ਆ ਉਹ ਸਾਰੇ ਬੱਚਿਆਂ ਨੇ ਜਿਹੜੇ ਫੋਨ ਨੰਬਰ ਆ ਉਹ ਨੋਟ ਕਰ ਲਏ ਆ ਜੀ। ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।